घर सुख वसिया बाहर सुख पाया। वाहिगुरू जी का खालसा वाहिगुरू जी की फतेह। सिख चैनल के प्यारे दर्शकों, आप जी का सिख चैनल वालों बहुत बहुत स्वागत है। सरदूल सिंह मालवा वालों आप जी ने जी आया। घर सुख वसिया की सीरीज़ असी शुरू की है जो चल रही है। तो असी पिछले प्रोग्रामां दे विच आप जी के नाल प्रोफैसर साहब के नाल डिस्कस किया सी प्रसन्नता। प्रसन्नता किहो जी है, सत्कार, प्यार, सुरक्षा, सुंदरता तक गल की। ਉਹ ਪ੍ਰਸੰਨਤਾ ਜਿਹੜੀ ਹੈਗੀ ਗੱਲ ਸਾਡੀ ਜਿਹੜਾ ਥੀਮ ਹੈ ਸਾਡਾ ਪ੍ਰੋਗਰਾਮ ਹੈ ਜਿਹਦੀ ਅਸੀਂ ਗੱਲ ਕਰਨੀ, ਜਿਹਦੇ ਆਲੇ ਦੁਆਲੇ ਘੁੰਮ ਰਹੇ ਹਾਂ, ਉਹ ਹੈ ਘਰ ਸੁੱਖ ਵਸਿਆ। ਕਿਉਂਕਿ ਘਰ ਸੁੱਖ ਵਸਾਉਣ ਦੇ ਲਈ ਸਾਨੂੰ ਕਿੰਨਾ ਕੁਝ ਕਰਨਾ ਚਾਹੀਦਾ। ਇਨਸਾਨ ਬੜਾ ਭਟਕਿਆ ਫਿਰਦਾ ਔਰ ਨਵਾਂ ਨਹੀਂ ਭਟਕਿਆ, ਸਦੀਆਂ ਤੋਂ ਭਟਕਿਆ ਫਿਰਦਾ। ਭਟਕਦਿਆਂ ਪਤਾ ਨਹੀਂ ਲੱਗਦਾ ਵੀ ਮੈਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ। ਸੋ ਇਸ ਲਈ ਜੋ ਅਸੀਂ ਇਹ ਗੱਲਾਂ ਨੂੰ ਐਨਾਲਾਈਜ਼ ਕਰਦੇ ਹਾਂ ਜਾਂ ਰਿਸਰਚ ਕਰਕੇ ਜਿਹਨੇ ਵਿਦਵਾਨਾਂ ਨੇ ਜਿਹਨਾਂ ਨੂੰ ਲਿਖਿਆ ਉਹਨਾਂ ਵਿਦਵਾਨਾਂ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਵਿਦਵਾਨਾਂ ਨੇ ਹੀ ਸਾਨੂੰ ਗਾਹਾਂ ਦੱਸਣਾ ਤੇ ਸਾਡਾ ਕੰਮ ਥੋੜ੍ਹਾ ਜਿਹਾ ਬਣਦਾ ਵੀ ਅਸੀਂ ਕੁਛ ਉਹਨਾਂ ਦੇ ਕੋਲੋਂ ਸਿੱਖੀਏ। ਸੋ ਅਸੀਂ ਪ੍ਰਸੰਨਤਾ ਦੀਆਂ ਗੱਲਾਂ ਕੀਤੀਆਂ ਤੇ ਜੇ ਅਸੀਂ ਇਹਦੇ ਆਪੋਜ਼ਿਟ ਦੂਏ ਪਾਸੇ ਗੱਲ ਲਈਏ, ਜੇ ਖੁਸ਼ੀ ਦੀ ਸਾਡੇ ਕੋਲ ਭਾਲ ਹੈਗੀ ਆ, ਉਹ ਖੁਸ਼ੀ ਲੈਣੀ ਕਿਸ ਚੀਜ਼ੋਂ? ਅਸੀਂ ਤਾਂ ਉਦਾਸ ਰਹਿੰਦੇ, ਚਿੰਤਾ ਬੜੀ ਰਹਿੰਦੀ ਹੈ, ਘਰ ਦੇ ਵਿੱਚ ਆਹ ਨਹੀਂ ਹੋਇਆ, ਸਾਨੂੰ ਕਿਸਮਤ ਨੇ ਘੇਰਿਆ ਹੋਇਆ, ਸਾਡਾ ਆਹ ਹੋਇਆ ਜੀ, ਸਾਡਾ ਉਹ ਹੋਇਆ, ਬੜਾ ਕੁਛ ਹੈ ਵੀ ਅਸੀਂ ਕਈ ਵਾਰੀ ਆਪਣੇ ਜੁਮੇ ਗੱਲ ਕੋਈ ਨਹੀਂ ਲੈਂਦੇ। ਜੇ ਤਾਂ ਚੰਗੀ ਗੱਲ ਕੀਤੀ ਆ ਲੋ ਜੀ ਮੈਂ ਕੀਤੀ ਹੈ, ਜੇ ਮਾੜੀ ਕੀਤੀ ਹੈ ਇਹ ਜਿਹੜੀ ਸਾਡੇ ਕਰਮਾਂ ਦੀ ਖੇਡ ਹੈ, ਇਹ ਰੱਬ ਨੇ ਦਿੱਤੀ ਗੱਲ ਹੈ। ਅਸੀਂ ਆਪਣੇ ਬੜੀ ਛੇਤੀ ਕੰਮ ਨਿਬੇੜ ਦਿੰਦੇ ਹਾਂ। ਸੋ ਆਓ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇਹ ਗੱਲ ਕਰਦੇ ਹਾਂ ਉਦਾਸੀ ਤੇ ਚਿੰਤਾ, ਇਹ ਕਿੱਥੋਂ ਉਤਪੰਨ ਹੋਈਆਂ ਤੇ ਕਿੱਥੇ ਨੂੰ ਜਾ ਰਹੀਆਂ। ਅੱਜ ਕੱਲ੍ਹ ਤਾਂ ਜਿਹੜੇ ਅਸੀਂ ਪੰਜਾਬੀ ਦੀਆਂ ਗੱਲਾਂ ਕਰਦੇ ਹਾਂ, ਸਟਰੈਸਫੁਲ, ਹਰ ਗੱਲ ਦਾ ਸਾਨੂੰ ਸਟਰੈਸ, ਦਿਮਾਗ ਤੇ ਬੋਝ, ਆਹ ਤੇ ਉਹ, ਝੁਰੜੀਆਂ ਪੈ ਗਈਆਂ, ਹਲੇ 30 ਸਾਲਾਂ ਦਾ ਮੁੰਡਾ ਹੁੰਦਾ ਨਹੀਂ, ਬੱਚਾ ਨਹੀਂ, ਕੁੜੀ ਨਹੀਂ ਹੁੰਦੀ ਤੇ ਸਰੀਰ ਇਹੋ ਜਿਹੇ ਹੁੰਦੇ, ਇੰਨੇ ਫਿਕਰਾਂ ਦੇ ਵਿੱਚ। ਸੋ ਫਿਕਰ ਤਾਂ ਹੈ, ਹੋਣੀ ਵੀ ਹੈ, ਇਹਨਾਂ ਤੋਂ ਅਸੀਂ ਛੁੱਟੀ ਨਹੀਂ ਪਾ ਸਕਦੇ ਇੰਨੀ ਜਲਦੀ। ਸੋ ਆਓ ਅੱਜ ਗੱਲ ਕਰੀਏ ਉਦਾਸੀ ਤੇ ਚਿੰਤਾ। ਪ੍ਰੋਫੈਸਰ ਸਾਹਿਬ, ਆਪ ਜੀ ਦੇ ਅਸੀਂ ਪਿਛਲੇ 1-2 ਪ੍ਰੋਗਰਾਮਾਂ ਦੇ ਵਿੱਚ ਪ੍ਰਸੰਨਤਾ ਦੀਆਂ ਗੱਲਾਂ ਕੀਤੀਆਂ ਹੈਗੀਆਂ, ਜਿੱਥੇ ਪ੍ਰਸੰਨਤਾ ਦੇ ਵੱਲ ਨੂੰ ਤਾਂ ਅਸੀਂ ਜਾਣਾ ਹੀ ਜਾਣਾ ਹੈਗਾ ਵੀ ਸਾਂਝੀ ਹਰ ਕੋਈ ਖੁਸ਼ੀ ਨੂੰ ਲੋੜਦਾ, ਹਰ ਇੱਕ ਚਾਹੁੰਦਾ ਵੀ ਮੇਰੀ ਇੱਜ਼ਤ ਮਾਣ ਵੀ ਹੋਵੇ, ਮੇਰਾ ਸਤਿਕਾਰ ਵੀ ਹੋਵੇ। ਅਸੀਂ ਉਹਨਾਂ ਗੱਲਾਂ ਨੂੰ ਵੀ ਥੋੜ੍ਹਾ ਟੱਚ ਕੀਤਾ ਹੈਗਾ। ਪਰ ਦੂਸਰੇ ਪਾਸੇ ਜਿਸ ਗੱਲ ਤੋਂ ਅਸੀਂ ਛੁਟਕਾਰਾ ਪਾ ਕੇ ਪ੍ਰਸੰਨਤਾ ਲੈਣੀ ਚਾਹੁੰਦੇ ਉਹ ਤਾਂ ਹੈ ਉਦਾਸੀ ਜਾਂ ਚਿੰਤਾ, ਫਿਕਰ। ਤੇ ਜਿਹਨੂੰ ਅੱਜ ਕੱਲ੍ਹ ਅਸੀਂ ਬੜਾ ਜ਼ੋਰਾਂ ਦੇ ਕਹਿੰਦੇ ਜੀ ਫਲਾਨਾ ਦਾ ਬੜਾ ਸਟਰੈਸ ਦੇ ਵਿੱਚ ਹੈ ਤੇ ਉਹ ਬੜਾ ਜੀ ਬੁਰਾ ਹਾਲ ਹੈ ਉਹਦਾ। ਤੇ ਇੱਦਾਂ ਕਈ ਬਿਮਾਰੀਆਂ ਜਿਹੜੀਆਂ ਅਸੀਂ ਬਾਹਰ ਸੜਕ 'ਤੇ ਤੁਰੀਆਂ ਜਾਂਦੀਆਂ ਫੜ ਕੇ ਆਪਣੇ ਗਲ ਪਾ ਲੈਂਦੇ ਹਾਂ, ਇੱਦਾਂ ਦਾ ਵੀ ਚੱਕਰ ਜਿਹਾ ਲੱਗ ਰਿਹਾ ਹੈਗਾ। ਤੇ ਅੱਜ ਮੈਂ ਤੁਹਾਡੇ ਨਾਲ ਇਸ ਵਿਚਾਰ ਦੀ ਗੱਲ ਸ਼ੁਰੂ ਕਰਨੀ ਚਾਹੁੰਦਾ ਹੈਗਾ, ਉਦਾਸੀ ਤੇ ਚਿੰਤਾ। ਕਿਹੜੀ ਚੀਜ਼ ਬੰਦੇ ਨੂੰ ਉਦਾਸ ਕਰਦੀ ਹੈ ਜਾਂ ਚਿੰਤਾਤਰ ਹੁੰਦਾ ਕਿਉਂ? ਉਹਦਾ ਚਿੰਤਾ ਕਿਉਂ ਹੁੰਦੀ ਆ? ਜੇ ਤੇ ਅੱਜ ਤੋਂ ਕੋਈ 20-25-30 ਸਾਲ ਪਹਿਲਾਂ ਮੈਨੂੰ ਪੁੱਛਦੇ ਤਾਂ ਮੈਂ ਸ਼ਾਇਦ ਦੱਸ ਹੀ ਨਾ ਸਕਦਾ। ਪਰ ਮੈਂ ਉਦੋਂ ਤੋਂ ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਹੈ, ਇਹਨਾਂ ਸਾਰੀਆਂ ਗੱਲਾਂ ਵੱਲ ਮੇਰਾ ਧਿਆਨ ਜਾਂਦਾ ਰਹਿੰਦਾ ਹੈ। ਵੱਖ-ਵੱਖ ਵਿਸ਼ਿਆਂ ਨੂੰ ਵੱਖਰਾ ਵੱਖਰਾ ਨਿਖੇੜ ਕੇ ਵਿਸ਼ਲੇਸ਼ਣ ਕਰਕੇ ਉਹਨਾਂ ਦਾ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ ਉਦਾਸੀ ਤੇ ਚਿੰਤਾ, ਇਹ 2 ਲਫ਼ਜ਼ ਬੋਲੇ, ਉਹ ਦੋਵੇਂ ਇਹਨਾਂ ਨੂੰ ਵੀ ਮੈਂ ਆਪਣੀ ਕਿਤਾਬ ਵਿੱਚ ਇਸ ਪ੍ਰਸੰਨਤਾ ਦੀ ਭਾਲ ਵਿੱਚ 2 ਵੱਖਰੇ ਵੱਖਰੇ ਭਾਵ ਲੈ ਕੇ ਇਹਨਾਂ ਦਾ ਐਨਾਲਿਸਿਸ ਕੀਤਾ ਹੈ। ਐਨਾਲਿਸਿਸ ਮਤਲਬ ਵਿਸ਼ਲੇਸ਼ਣ। ਚਲੋ ਐਨਾਲਿਸਿਸ ਮੈਂ ਬਹੁਤਾ ਸਮਝਦੇ ਹਾਂ ਤੋਂ ਅੱਜ ਕੱਲ੍ਹ ਅੰਗਰੇਜ਼ੀ ਦੇ ਕਈ ਲਫ਼ਜ਼ ਆਪਣੇ ਵਿੱਚ ਆ ਗਏ ਜਿਹਨੂੰ ਛੇਤੀ ਵਰਤਿਆ ਜਾਂਦਾ। ਬਹੁਤ ਚੰਗੀ ਗੱਲ ਹੈ ਜੀ। ਮੈਂ ਤੇ ਉਸ ਦਿਨ ਦੀ ਉਡੀਕ ਮੈਂ ਨਹੀਂ ਕਰ ਸਕਾਂਗਾ, ਮੈਂ ਐਡੀ ਛੇਤੀ ਉਹ ਦਿਨ ਨਹੀਂ ਆਉਣ ਵਾਲਾ। ਮਗਰ ਮੈਨੂੰ ਐਂ ਲੱਗਦਾ ਕਿ ਮਨੁੱਖ ਮਾਤਰ, ਮਨੁੱਖਤਾ ਉਸ ਦਿਨ ਦੀ ਉਡੀਕ ਵਿੱਚ ਹੈ ਅਸਲ ਵਿੱਚ, ਜਿਸ ਦਿਨ ਸਾਰੀ ਮਾਨਵ ਜਾਤੀ ਦੀ ਭਾਸ਼ਾ ਇੱਕ ਹੋਏਗੀ, ਉਹ ਕੋਈ ਵੀ ਹੋਏ। ਅਸੀਂ ਜਿਸ ਕਿਸੇ ਨੂੰ ਅਪਣਾ ਲਈਏ ਉਹੀ ਸਾਡਾ ਬਣ ਜਾਂਦਾ ਹੈ। ਅੱਜ ਅਸੀਂ ਕਹਿੰਦੇ ਪੰਜਾਬੀ ਸਾਡੀ ਆਪਣੀ ਭਾਸ਼ਾ, ਠੀਕ ਗੱਲ ਹੈ। ਅਸੀਂ ਅੱਜ ਕਹਿੰਦੇ ਸਿੱਖ ਧਰਮ ਸਾਡਾ ਧਰਮ, ਠੀਕ ਗੱਲ ਹੈ।
ਪਰ ਅੱਜ ਤੋਂ ਕੁਝ ਚਿਰ ਪਹਿਲਾਂ ਹਿੰਦੂ ਧਰਮ ਤੇ ਸਾਡਾ ਹੀ ਧਰਮ ਸੀ, ਉਹਦੇ ਵਾਸਤੇ ਅਸੀਂ ਇੰਨੇ, ਜਦੋਂ ਮੁਸਲਮਾਨ ਹਿੰਦੂਆਂ 'ਚ ਮੁਸਲਮਾਨ ਬਣ ਗਏ, ਉਹਨਾਂ ਤੋਂ ਪਹਿਲਾਂ ਹਿੰਦੂ ਸਨ, ਉਦੋਂ ਵੀ ਉਹਨਾਂ ਨੂੰ ਓਨਾ ਹੀ ਪਿਆਰ ਸੀ ਉਹਦੇ ਨਾਲ, ਉਹਦੇ ਨਾਂ ਉੱਤੇ ਇੰਨਾ ਹੀ ਮਰਨ ਨੂੰ ਤਿਆਰ ਸਨ ਉਹ ਤੇ ਕਿਸੇ ਕਾਰਨ ਕਰਕੇ। ਸੋ ਇਹ ਮੇਰਾ ਖਿਆਲ ਹੈ ਜਦੋਂ ਚੀਜ਼ ਨੂੰ ਅਪਣਾ ਲੈਂਦਾ ਬੰਦਾ, ਉਹਦੀ ਆਪਣੀ ਹੋ ਜਾਂਦੀ ਹੈ, ਔਰ ਉਦੋਂ ਮਨੁੱਖ ਬਹੁਤ ਸੁਖੀ ਹੋਏਗਾ ਮੇਰੇ ਖਿਆਲ ਵਿੱਚ, ਜਦੋਂ ਸਾਰੀ ਦੁਨੀਆ ਉੱਤੇ ਇੱਕ ਭਾਸ਼ਾ ਬੋਲੀ ਜਾਏਗੀ। ਔਰ ਕੋਈ ਵੀ ਹੋਏ, ਮੈਨੂੰ ਉਹਦਾ ਕੋਈ ਮਤਲਬ ਨਹੀਂ, ਬੋਲੀ ਮਨੁੱਖ ਦੀ। ਚਲੋ, ਉਦਾਸੀ ਔਰ ਚਿੰਤਾ। ਉਦਾਸੀ ਦੇ ਬਾਰੇ 'ਚ ਮੈਂ ਕਹਿਣਾ ਵੀ ਉਦਾਸੀ ਸਾਡੇ ਪਾਸਟ ਨਾਲ, ਸਾਡੇ ਬੀਤੇ ਹੋਏ ਸਮੇਂ ਨਾਲ ਸੰਬੰਧਿਤ ਹੈ। ਕੋਈ ਐਸਾ ਵਾਪਰ ਗਿਆ ਉਹਨੇ ਸਾਨੂੰ ਉਦਾਸ ਕਰ ਦਿੱਤਾ। ਔਰ ਚਿੰਤਾ ਸਾਡੇ ਆਉਣ ਵਾਲੇ ਕੱਲ੍ਹ ਦੀ ਹੈ ਸਾਨੂੰ, ਵੀ ਉਹਦੇ ਬਾਰੇ ਅਸੀਂ ਸੋਚ ਵੀ ਰਹੇ ਹੁੰਦੇ ਹਾਂ। ਉਦਾਸੀ 'ਚ ਅਸੀਂ ਬਹੁਤ ਸੋਚਦੇ ਰਹੇ ਹਾਂ, ਸਿਰਫ ਉਦਾਸ ਹੁੰਦੇ ਹਾਂ, ਮਗਰ ਚਿੰਤਾ ਵਿੱਚ ਅਸੀਂ ਸੋਚਦੇ ਵੀ ਹਾਂ। ਚਿੰਤਾ ਦਾ ਮਤਲਬ ਹੈ ਅਸੀਂ ਅਗਲੇ ਆਉਣ ਵਾਲੇ ਕੱਲ੍ਹ ਦੀ ਗੱਲ ਸੋਚਦੇ ਪਏ ਹਾਂ, ਅਤੇ ਉਹਦੇ ਵਾਸਤੇ ਸਾਨੂੰ ਕੋਈ ਸਹਾਰਾ, ਸਾਨੂੰ ਕੋਈ ਰਾਹ ਨਹੀਂ ਲੱਭ ਰਿਹਾ, ਅਸੀਂ ਚਿੰਤਾਤੁਰ ਹਾਂ। ਔਰ ਇਹਦੇ ਕਾਰਨ ਵੈਸੇ ਸਿਰਫ ਇਹੋ ਹੀ ਨਾ ਕਿ ਅਸੀਂ ਦੁਨੀਆ ਉੱਤੇ ਮਿੱਤਰ ਬਣ ਕੇ ਨਹੀਂ ਜੀ ਸਕੇ, ਵਰਨਾ ਜਿਸ ਆਦਮੀ ਦੇ 4 ਚੁਫੇਰੇ ਮਿੱਤਰਾਂ ਦਾ ਮੇਲਾ ਹੈ, ਉਹਨੂੰ ਚਿੰਤਾ ਕਰਨ ਦੀ, ਉਦਾਸ ਹੋਣ ਦੀ ਲੋੜ ਨਹੀਂ ਪਏਗੀ। ਯੂਨਾਨੀ ਫਿਲਾਸਫਰ ਐਪੀਕਿਊਰਸ, ਉਹ ਹੈਪੀਨੈਸ ਨੂੰ ਜ਼ਿੰਦਗੀ ਦਾ ਉਦੇਸ਼ ਮੰਨਦਾ ਸੀ, ਅਤੇ ਉਹ ਕਹਿੰਦਾ ਸੀ ਵੀ 3 ਚੀਜ਼ਾਂ ਆਦਮੀ ਨੂੰ ਖੁਸ਼ ਰਹਿਣ ਲਈ ਚਾਹੀਦੀਆਂ ਹਨ। ਇੱਕ ਤਾਂ ਤੰਦਰੁਸਤ ਸਰੀਰ ਚਾਹੀਏ, ਦੂਸਰੇ, ਉਹਦਾ ਵਿਸਥਾਰ ਨਹੀਂ ਕਰਾਂਗਾ, ਦੂਸਰੇ ਚਿੰਤਾ ਮੁਕਤ ਮਨ ਚਾਹੀਏ। ਚਿੰਤਾ ਮੁਕਤ ਮਨ ਚਾਹੀਏ। ਅੱਛਾ। ਤੰਦਰੁਸਤ ਸਰੀਰ ਯਾਨੀ ਰੋਗ ਮੁਕਤ ਸਰੀਰ ਤੇ ਚਿੰਤਾ ਮੁਕਤ ਮਨ, ਇਹ 2 ਚੀਜ਼ਾਂ। ਤੇ ਤੀਜਾ ਆਪਣਿਆਂ ਦਾ ਸਾਥ, ਯਾਨੀ ਮਿੱਤਰਾਂ ਦਾ ਸਾਥ। ਬਸ ਜਿੱਥੇ ਇਹ 3 ਚੀਜ਼ਾਂ ਮੌਜੂਦ ਹਨ, ਉੱਥੇ ਨਾ ਚਿੰਤਾ ਆਉਂਦੀ, ਨਾ ਉਦਾਸੀ ਆਉਂਦੀ, ਨਾ ਕੋਈ, ਉਹ ਆਦਮੀ ਖੁਸ਼ ਰਹਿ ਸਕਦਾ। ਅਤੇ ਖੁਸ਼ੀ ਨੂੰ ਉਹ ਇਸ ਕਰਕੇ ਕਹਿੰਦਾ ਸੀ ਵੀ ਇਹ ਜ਼ਿੰਦਗੀ ਦਾ ਮਨੋਰਥ ਸਿਰਫ ਇੱਕੋ ਹੀ ਮਿਥਿਆ ਜਾ ਸਕਦਾ, ਪਰ ਤੁਸੀਂ ਕਿਸੇ ਚੀਜ਼ ਤੋਂ ਵੀ ਤੰਗ ਪੈ ਸਕਦੇ ਹੋ, ਈਵਨ ਲਾਈਫ ਤੋਂ ਤੰਗ ਪੈ ਸਕਦੇ ਨੇ। ਲੋਕ ਖੁਦਕੁਸ਼ੀ ਕਰ ਲੈਂਦੇ ਨੇ, ਪੈਸਿਆਂ ਨੂੰ ਤੰਗ ਪੈ ਸਕਦੇ ਨੇ, ਲੋਕ ਘਰ ਬਾਰ ਛੱਡ ਕੇ ਟੁਰ ਜਾਂਦੇ ਨੇ, ਰਾਜੇ ਮਹਾਰਾਜੇ ਕਹਿੰਦੇ ਟੁਰ ਜਾਂਦੇ ਰਹੇ ਆ। ਮਗਰ ਇੱਕ ਚੀਜ਼ ਹੈ ਜੇ ਤੋਂ ਕਦੀ ਆਦਮੀ ਤੰਗ ਨਹੀਂ ਪੈਂਦਾ, ਉਹ ਹੈ ਖੁਸ਼ੀ। ਅੱਛਾ। ਖੁਸ਼ੀ ਤੋਂ ਕਦੀ ਤੰਗ ਨਹੀਂ, ਕਦੀ ਆਦਮੀ ਨੂੰ ਇਹ ਅਫਸੋਸ ਹੁੰਦਾ ਕਿ ਮੈਂ ਖੁਸ਼ ਕਿਉਂ ਹੋ ਗਿਆ। ਤੁਸੀਂ ਬਿਮਾਰ ਹੋ ਗਏ, ਤੁਸੀਂ ਹੋ ਜਾਓਗੇ, ਜੇ ਤੁਸੀਂ ਬਹੁਤੇ ਪੈਸੇ ਵਾਲੇ ਹੋ ਗਏ, ਉਹ ਯਾਰ ਮੈਂ ਪੈਸੇ ਕਿਤੇ, ਮੇਰੇ ਬੱਚਿਆਂ ਦਾ ਸਾਥ ਮੈਂ ਕੀ ਲੈਣਾ ਸੀ ਇੰਨੇ ਪੈਸੇ, ਤਾਂ ਮੇਰੇ ਨੂੰ ਖਰਚਣ ਜੋਗੇ ਚਾਹੀਦੇ ਸੀ, ਮੈਂ ਤਾਂ ਮੁਸੀਬਤ 'ਚ ਪੈ ਗਿਆ। ਹੋ ਸਕਦਾ ਹੈ। ਹਾਂ, ਉਹ ਬਿਲ ਗੇਟ ਮੇਰਾ ਖੈਰ ਇੱਦਾਂ ਹੀ ਸੋਚਦਾ ਹੁਣ, ਮੇਰੇ ਕੋਲ ਇੰਨੇ ਪੈਸੇ ਹੋ ਗਏ, ਮੈਂ ਕਰਨੇ ਜਾਣੇ, ਮੇਰੇ ਤਾਂ ਕਹਿੰਦੇ ਸਾਨੂੰ ਲੋੜ ਹੀ ਨਹੀਂ ਆਈ, ਆਪੇ ਆਪਣੇ ਜੋ ਕਮਾ ਲਾਂਗੇ। ਚੈਰਿਟੀ ਕਰਕੇ ਬਣਨ ਲੱਗ ਪਿਆ ਨਾ ਅਫਰੀਕਾ ਦੇ ਵਿੱਚ ਹੁਣ। ਤੂੰ ਡਰਾਪ ਆਫਸ ਹੈ ਤੇ ਤਾਂ ਇੰਨੇ ਪੈਸੇ ਕਮਾ ਗਿਆ, ਤਾਂ ਅਸੀਂ ਤਾਂ ਬਹੁਤਾ ਪੜ੍ਹੇ ਹਾਂ ਤੇਰੇ ਨਾਲੋਂ, ਅਸੀਂ ਨਾ ਪੈਸੇ ਕਮਾ ਸਕਾਂਗੇ। ਉਹ ਇਸ ਕਰਕੇ ਉਹ ਕਹਿੰਦਾ ਛੱਡੋ ਯਾਰ, ਇਹ ਕਿਹੜੇ ਕੰਮ 'ਚ ਪੈ ਗਿਆ, ਮੈਂ ਇੱਥੇ ਲੋਕਾਂ ਨੂੰ ਵੰਡ ਹੀ ਦਿਆ। ਪਰ ਮੇਰਾ ਖਿਆਲ ਹੈ ਹਰ ਚੀਜ਼ ਤੋਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਮਗਰ ਖੁਸ਼ੀ ਤੋਂ ਕਦੀ ਪਿੱਛਾ ਛਡਾਉਣਾ ਨਹੀਂ ਚਾਹੋਗੇ। ਇਸ ਲਈ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਹੈ ਖੁਸ਼ੀ। ਮੈਂ ਮੁਕਤੀ ਨੂੰ ਵੀ ਜ਼ਿੰਦਗੀ ਦਾ ਮਨੋਰਥ ਨਹੀਂ ਮੰਨਦਾ, ਨਹੀਂ, ਮੈਂ ਖੁਸ਼ੀ ਨੂੰ, ਕਿਉਂ ਮੁਕਤੀ ਬਾਰੇ ਮੈਂ ਜਾਣਦਾ ਹੀ ਨਹੀਂ, ਕੀ ਪਤਾ ਗੋਂਗ ਮੁਕਤੀ। ਤੋ ਇਹ ਜਿਹੜੀ ਚੀਜ਼ ਹੈ ਨਾ, ਤੁਸੀਂ ਕਹਿੰਦੇ ਵੀ ਇਹ ਆ ਕਿੱਥੋਂ ਗਈ। ਪਰ ਮੈਂ ਇੱਕ ਗੱਲ ਯਾਦ ਹੈ, ਇੱਕ ਵਾਰੀ ਸੀਗਾ ਵੀ ਕੋਈ ਔਰਤ, ਉਹਦਾ ਆਦਮੀ ਦੁਨੀਆ ਤੋਂ ਚਲਾ ਗਿਆ, ਤੇ ਉਹ ਬਾਹਰ ਆਪਣਾ ਪੂਰਾ ਮੇਕਅਪ ਲਾ ਕੇ, ਮੈਂ ਅੰਗਰੇਜ਼ ਔਰਤ ਦੀ ਗੱਲ ਕਰ ਰਿਹਾ, ਤੇ ਕਹਿੰਦੇ ਜੀ ਉਹ ਮੇਕਅਪ ਲਾਇਆ, ਸਾਰਾ ਕੁਛ ਹੋ ਕੇ ਬਾਹਰ ਜਾਏ। ਤੇ ਮੈਂ ਉਹਨੂੰ ਕਿਹਾ ਵੀ ਕੁਝ ਹਫ਼ਤੇ ਦੇ ਬਾਅਦ ਹੀ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੇਰੇ ਹਸਬੈਂਡ ਦੀ ਡੈਥ ਹੋਈ, ਮੈਂ ਉੱਥੇ ਗਿਆ ਸਭ ਕੁਝ, ਤੂੰ ਫੇਰ ਆਹ ਬਣ ਗਏ। ਤੇ ਕਹਿੰਦੀ ਉਹ ਤਾਂ ਮੇਰੀ ਹੀ ਗੱਲ ਹੈ, ਉਹ ਤੂੰ ਬਾਹਰ ਜਾ ਕੇ ਤੁਰੀ। ਕਹਿੰਦੀ ਵੀ ਉਹ ਲੋਕ ਜਿਹੜੇ ਮੈਨੂੰ ਜਾਣਦੇ ਨਹੀਂ, ਉਹਨਾਂ ਨੂੰ ਕਹਿੰਦੇ ਕੀ, ਕਹਿੰਦੀ ਮੈਂ ਆਪਣੀ ਜ਼ਿੰਦਗੀ ਜਿਹੜੀ ਰਹਿੰਦੀ ਹੁੰਦੀ ਹੈ, ਉਹ ਕਿਉਂ ਝੋਰੇ ਦੇ ਵਿੱਚ, ਕਿਉਂ ਮੈਂ ਸਟ੍ਰੈਸ ਦੇ ਵਿੱਚ ਬਿਤਾਵਾਂ। ਹਾਂਜੀ। ਤੇ ਕਹਿੰਦੀ ਵੀ ਮੈਂ ਕੋਈ ਬੰਨੀ ਹੋਈ ਤਾਂ ਨਹੀਂ, ਉਹ ਜਾਣੀ ਉਸਨੇ ਆਪਣੀ ਜਾਨ ਨੂੰ ਇਹ ਜ਼ਾਹਰ ਕੀਤਾ ਵੀ ਮੈਂ ਜਿਸ ਤਰ੍ਹਾਂ ਦੀ ਹੈਗੀ ਮੈਂ ਇਦਾਂ ਦੀ ਰਹਿਣਾ। ਹਾਂ, ਦੂਸਰੀ ਗੱਲ ਇਹ ਆ ਵੀ ਫਰਜ਼ ਕਰ ਲਓ ਮੈਨੂੰ ਇਹ ਗੱਲ ਦਾ ਅਫਸੋਸ ਆ, ਦੁੱਖ ਆ ਕਿ ਮੇਰੇ ਨਾਲੋਂ ਮੇਰੇ ਜੀਵਨ ਦਾ ਸਾਥੀ ਦੂਰ ਹੋ ਗਿਆ, ਵਿਛੜ ਗਿਆ ਹੈ।
ਮੈਂ ਉਸ ਦੁੱਖ ਦੇ ਪ੍ਰਗਟਾਅ ਜਿੱਦਾਂ ਹਿੰਦੁਸਤਾਨ 'ਚ ਕਰਦੇ ਨੇ, ਸਿਰ ਮੁੰਨਦੇ ਨੇ ਜਨਾਨੀਆਂ ਦਾ, ਜਿੱਦਾਂ ਹੋਰ ਕੋਈ ਗੱਲ, ਤੂੰ ਇਸ ਰੰਗ ਦੇ ਕੱਪੜੇ ਨਹੀਂ ਪਾਉਣੇ, ਉਹ ਇਦਾਂ ਇਹੋ ਜਿਹੇ ਪਾਇਆ ਕਰ, ਉਹ ਜੇ ਪਾ ਕੇ ਤੇ ਲੋਕਾਂ ਵਾਸਤੇ ਆਪਣਾ ਦ੍ਰਿਸ਼ ਕੋਝਾ ਬਣਾ ਦਈਏ। ਇਹ ਸਾਨੂੰ ਕੀ ਇੱਥੇ ਕਿਹਨੇ ਅਧਿਕਾਰ ਦੇ ਦਿੱਤਾ ਕਿ ਅਸੀਂ ਲੋਕਾਂ ਨੂੰ ਵੇਖਣ ਨੂੰ ਬੁਰੇ ਲੱਗੀਏ? ਜੇ ਅਸੀਂ ਚੰਗੇ ਕੱਪੜੇ ਪਾ ਕੇ ਚੰਗੇ ਲੱਗ ਸਕਦੇ ਹਾਂ ਤੇ ਕਿਉਂ ਨਾ ਲੱਗੀਏ ਜੀ। ਬਿਲਕੁਲ ਉਹ ਲੋਕਾਂ ਵੱਲ ਦੇਖ ਰਹੀ ਹੈ, ਉਹ ਕਹਿ ਰਹੀ ਨਾ ਨਾ ਨਾ, ਮੈਨੂੰ ਇਹਨਾਂ ਲੋਕਾਂ 'ਚ ਰਹਿੰਦਿਆਂ ਹੋਇਆਂ ਇਹਨਾਂ ਦੀ ਪ੍ਰਸੰਨਤਾ ਵੱਲ ਵੀ ਖਿਆਲ, ਐਵੇਂ ਮੇਰੇ ਨੂੰ ਵੇਖ ਕੇ ਆਖਣ ਵੀ ਖਾਣੀ ਕੀ ਹੋ ਗਿਆ ਇਹਨੂੰ, ਤਰਸ ਆ ਦਿੰਦੇ, ਮੈਂ ਉੱਦਾਂ ਨਹੀਂ ਜੀਣਾ ਚਾਹੁੰਦੀ। ਮੈਂ ਬਿਲਕੁਲ ਵੈਰੀ ਗੁੱਡ, ਬਹੁਤ ਅੱਛੀ ਉਹਦਾ ਜਵਾਬ ਬੜਾ ਹੁਣ ਜਿਹੜੀ ਤੁਸੀਂ ਖੁਸ਼ੀ ਦੀ ਗੱਲ ਕਰ ਰਹੇ ਆ ਵੀ ਜਿਹੜੀ ਖੁਸ਼ੀ ਹੈ ਇਹ ਵੰਡਿਆ ਵੀ ਨਹੀਂ ਮੁੱਕਦੀ, ਔਰ ਬੰਦਾ ਖੁਸ਼ੀ ਤੋਂ ਤੰਗ ਵੀ ਨਹੀਂ ਹੁੰਦਾ, ਬਾਕੀ ਚੀਜ਼ਾਂ ਤੋਂ ਤੰਗ ਹੋ ਜਾਂਦਾ। ਤੋ ਚਲੋ ਜੇ ਇਹ ਆਂਦੀ ਹੈਗੀ ਹੈ, ਪਰ ਜੇ ਖੁਸ਼ੀ ਦੀ ਆਪਾਂ ਗੱਲ ਹੁਣ ਪਿਛਲੇ ਐਪੀਸੋਡਾਂ ਦੇ ਵਿੱਚ ਕਿੰਨੀ ਕੀਤੀ ਹੈ, ਪ੍ਰਸੰਨਤਾ ਦੀ, ਖੁਸ਼ੀ ਜਿਹੜੀ ਗੱਲ, ਹੁਣ ਜਿਹੜੀ ਇਹ ਉਦਾਸੀ ਹੈ ਜਾਂ ਚਿੰਤਾ ਹੈਗੀ ਆ, ਹੁਣ ਜਿਹੜਾ ਕੱਲ ਆਉਣ ਵਾਲਾ ਉਸ ਦੀ ਅਸੀਂ ਚਿੰਤਾ ਕਰ ਰਹੇ ਹਾਂ ਜੀ, ਖਰਿਆ ਮੇਰੀ ਨੌਕਰੀ ਰਹਿਣੀ ਕਿ ਨਹੀਂ ਰਹਿਣੀ, ਖਰਿਆ ਮੇਰੇ ਮੁੰਡੇ ਨੇ, ਬੱਚੇ ਨੇ, ਕੁੜੀ ਨੇ ਪਾਸ ਹੋਣਾ ਕਿ ਨਹੀਂ ਪਾਉਣਾ, ਉਹ ਹਲੇ ਹੋਣਾ ਕਿ ਨਹੀਂ ਹੋਣਾ, ਉਹਦੀ ਚਿੰਤਾ ਹੀ ਕਰੀ ਬੈਠੇ ਹਾਂ ਅਸੀਂ, ਜਿਹਦਾ ਸਾਨੂੰ ਪਤਾ ਹੀ ਨਹੀਂ, ਅਸੀਂ ਉਸ ਦੀ ਚਿੰਤਾ ਕਰ ਰਹੇ ਹਾਂ। ਪਰ ਜਿਹੜਾ ਸਾਡੇ ਕੋਲ ਹੈਗਾ ਅਸੀਂ ਉਸ ਦੀ ਸਹੀ ਵਰਤੋਂ ਨਹੀਂ ਕਰਦੇ, ਉਹਦੇ ਨਾਲ ਪ੍ਰਸੰਨ ਨਹੀਂ ਹਾਂ। ਹਾਂਜੀ, ਉਹ ਮੈਂ ਵੈਸੇ ਕਹਾਂਗਾ ਜੀ, ਮੇਰਾ ਆਪਣਾ ਇੱਕ ਜ਼ਾਤੀ ਤਜਰਬਾ ਇਹਦੇ 'ਚ, ਜਦੋਂ ਮੈਂ ਹਿੰਦੁਸਤਾਨ ਛੱਡ ਕੇ ਇੱਥੇ ਆ ਗਿਆ ਤੇ ਇੱਥੇ ਹੁਣ ਇਹੋ ਜਿਹਾ ਹਿਸਾਬ ਸੀ, ਮੈਨੂੰ ਉਦੋਂ ਪਤਾ ਵੀ ਸੀ ਇਸ ਗੱਲ ਦਾ ਵੀ ਜੇ ਮੇਰੀ ਆਹ ਕੰਮ ਨੌਕਰੀ ਮੈਂ ਕਿਹੜੀਆਂ ਇੱਥੇ ਕਿਤੇ ਵੱਡੀਆਂ ਵੱਡੀਆਂ ਕਰਦਾ ਸਾਂ, ਮਜ਼ਦੂਰੀ ਕਰਕੇ ਜੀਵਿਆ ਮੈਂ, ਤੇ ਪਰ ਜੇ ਇਹ ਨਾ ਮਿਲੀ ਰਹੀ ਨਾ ਤੇ ਮੈਂ ਦੂਸਰੀ ਮਜ਼ਦੂਰੀ ਕਰ ਲਾਂਗਾ। ਬਹੁਤ ਕੰਮ ਹੁੰਦੇ ਸਨ, ਜਿੱਡੀਆਂ ਅਖਬਾਰਾਂ ਹੁਣ ਜਿੰਨੀਆਂ ਕਿ ਮੋਟੇ, ਜਿੰਨੇ ਕਿ ਪੇਜ ਛਾਪਦੇ ਨਾ ਅੱਜ ਕੱਲ੍ਹ ਅਖਬਾਰਾਂ ਦੇ, ਉਹਨੇ ਕਿਤੇ ਬਿਲਡਿੰਗ ਸਾਈਟਸ ਦੇ ਉੱਤੇ ਜੌਬਸ ਨਾਲ ਭਰੇ ਹੁੰਦੇ ਸਨ। ਹਾਂਜੀ ਹਾਂਜੀ, ਇੰਨੇ ਉਦੋਂ ਇਹ ਹਿਸਾਬ ਸੀ, ਬਹੁਤ ਸੀ, ਹਾਂਜੀ ਬਹੁਤ ਜ਼ਿਆਦਾ, 100 ਸਫਾ ਤਾਂ ਬਿਲਡਿੰਗ ਸਾਈਟਸ ਦੀਆਂ ਜੌਬਸ ਵਾਸਤੇ ਹੁੰਦਾ ਬਈ, ਤੇ ਆਓ ਇੱਥੇ ਆਓ ਇੱਥੇ ਆਓ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਚਿੰਤਾ, ਯਾਰ ਨੌਕਰੀ ਇਹ ਚਲਾ ਗਿਆ, ਉਹ ਕੀ ਕਰਾਂਗੇ, ਕਿੱਦਾਂ ਬਣਾਈ ਗੱਲਬਾਤ, ਧਿਆਨ ਹੁਣ ਸਾਨੂੰ ਰਹਿਣਾ ਹੀ ਰਹਿਣਾ। ਅਤੇ ਮੈਂ ਉਸ ਅਨੁਭਵ ਤੋਂ, ਉਸ ਖਿਆਲ ਤੋਂ ਆਪਣੇ ਵੱਲ ਵੇਖਦਿਆਂ ਹੋਇਆਂ, ਇੱਥੇ ਮੈਂ ਹੁਣ ਆਪਣੇ ਬੱਚਿਆਂ ਨੂੰ ਵੇਖਣਾ, ਇਹਨਾਂ ਨੂੰ ਕਦੀ ਕੋਈ ਚਿੰਤਾ ਨਹੀਂ ਹੋਈ ਇਸ ਗੱਲ ਦੀ। ਗੱਲ ਕੀ ਹੈ, ਅਸਲ ਵਿੱਚ ਸਾਡੇ ਕੁਝ ਕੁ ਵਿਚਾਰ ਵਿਸ਼ਵਾਸ ਇਹੋ ਜਿਹੇ ਹਨ ਜਿਨ੍ਹਾਂ ਨੇ ਸਾਨੂੰ ਚਿੰਤਾ ਦੀ, ਉਦਾਸੀ ਦੀ, ਐਵੇਂ ਆਪਣੇ ਸਮਝ ਲੈਣਾ ਵੀ ਹੋ ਪਤਾ ਨਹੀਂ ਕੀ ਹੋ ਚੱਲਿਆ, ਇਹਨਾਂ ਰਹਿਣ ਦੀ ਇੱਕ ਆਦਤ ਪਾ ਦਿੱਤੀ ਹੋਈ ਹੈ। ਔਰ ਉਹ ਮੱਧਕਾਲੀਨ ਸਾਡੇ ਵਿਸ਼ਵਾਸ ਹਨ। ਅੱਛਾ, ਮੱਧਕਾਲੀਨ ਵਿਸ਼ਵਾਸ ਇਹਨਾਂ ਨੂੰ ਕਿਉਂ ਤੰਗ ਨਹੀਂ ਕਰ ਰਹੇ ਜਿਸ ਦੁਨੀਆ 'ਚ ਅਸੀਂ ਕਹਿ ਰਹੇ, ਕਿਉਂਕਿ ਇੱਥੇ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਆਇਆ, ਇੰਡਸਟਰੀਅਲ ਰੈਵੋਲਿਊਸ਼ਨ ਨੇ ਇਹਨਾਂ ਲੋਕਾਂ ਦੀ ਨਿਰੀ ਪੂਰੀ ਜ਼ਿੰਦਗੀ ਨੂੰ ਹੀ ਨਹੀਂ ਬਦਲਿਆ, ਇਹਨਾਂ ਦੇ ਵਿਸ਼ਵਾਸਾਂ ਨੂੰ ਵੀ ਬਦਲ ਦਿੱਤਾ ਹੈ। ਇੰਡਸਟਰੀਅਲ ਰੈਵੋਲੂਸ਼ਨ ਨੇ ਇੰਡਸਟਰੀਅਲ ਰੈਵੋਲੂਸ਼ਨ 'ਤੇ ਮੈਂ ਇੱਕ ਕਿਤਾਬ ਲਿਖੀ ਸੀ, ਸਨਅਤੀ ਕ੍ਰਾਂਤੀ ਨਾਂ ਦੇ ਹੈਡਿੰਗ ਥੱਲੇ ਉਹ ਲੇਖ ਛਪਦੇ ਰਹੇ। ਜਦੋਂ ਉਹਨੂੰ ਕਿਤਾਬ ਦਾ ਰੂਪ ਦੇਣ ਲੱਗੇ ਤੇ ਉਦੋਂ ਸਿੰਘ ਬ੍ਰਦਰਸ ਮੇਰੇ ਪਬਲਿਸ਼ਰ ਤੇ ਧਿਆਨ ਸਿੰਘ ਮੇਰਾ ਉੱਥੇ ਨੁਮਾਇੰਦਾ ਹੈ, ਮੇਰਾ ਸਭ ਕੁਛ ਹੈ, ਤੇ ਉਹ ਸੋਚਣ ਲੱਗੇ ਵੀ ਇਹ ਠੀਕ ਨਹੀਂ, ਨਾ ਕੀ ਨਾਂ ਰੱਖੀਏ। ਸੋਚ ਸਾਚ ਕੇ ਉਹਨਾਂ ਨੇ ਨਾਂ ਰੱਖਿਆ ਵਿਸ਼ਵਾਸ ਤੋਂ ਵਿਚੇਤਨਾ ਵੱਲ। ਉਹ ਕਿਤਾਬ ਛਪੀ ਹੋਈ, ਵਿਸ਼ਵਾਸ ਤੋਂ ਵਿਚੇਤਨਾ ਵੱਲ। ਅੱਛਾ, ਵਿਚੇਤਨਾ ਤੋਂ ਮਤਲਬ ਸੀ ਵਿਗਿਆਨਕ ਚੇਤਨਾ। ਉਹਨਾਂ ਨੇ ਪੁੱਛਿਆ ਵੀ ਗਿਆ ਸਿੰਘ ਬ੍ਰਦਰ ਨੂੰ ਵੀ, ਉਹ ਗੁਰਸਾਗਰ ਸਿੰਘ ਨੂੰ ਵੀ, ਕੀ ਇਹਨੂੰ ਵਿਗਿਆਨਕ ਚੇਤਨਾ ਲਿਖ ਦਈਏ? ਉਹ ਕਹਿਣ ਲੱਗਾ ਨਹੀਂ, ਪੂਰਨ ਸਿੰਘ ਦੀਆਂ ਲਿਖਤਾਂ ਵਾਸਤੇ ਇੱਦਾਂ ਕਰਨਾ ਠੀਕ ਨਹੀਂ ਹੋਏਗਾ, ਸਾਨੂੰ ਅਸੀਂ ਵਿਚੇਤਨਾ ਹੀ ਲਿਖਦੇ ਹਾਂ, ਕਿਉਂਕਿ ਉਹ ਨਵੇਂ ਸ਼ਬਦਾਂ ਦੀ ਘਾਟ ਘਟਦਾ ਰਹਿੰਦਾ ਹੈ ਤੇ ਇਹ ਵੀ ਨਵਾਂ ਸ਼ਬਦ ਹੈ, ਆਪੇ ਲੋਕਾਂ ਨੂੰ ਜੇ ਮਨਜ਼ੂਰ ਹੋਏਗਾ ਤਾਂ ਮੰਨ ਜਾਣਗੇ। ਤੇ ਉਹਨਾਂ ਦੀ ਸਲਾਹ ਨਾਲ ਫਿਰ ਵਿਸ਼ਵਾਸ ਤੋਂ ਵਿਚੇਤਨਾ ਵੱਲ ਉਸ ਕਿਤਾਬ ਦਾ ਨਾਮ ਰੱਖਿਆ ਗਿਆ। ਅਸੀਂ ਵਿਸ਼ਵਾਸਾਂ ਤੋਂ ਵਿਚੇਤਨਾ ਵੱਲ ਅਜੇ ਤੁਰੇ ਨਹੀਂ। ਇਹ ਲੋਕ ਤੁਰ ਗਏ। ਅੱਛਾ, ਕਿਉਂਕਿ ਇਹਨਾਂ ਦੀ ਜ਼ਿੰਦਗੀ ਦਾ ਰਹਿਣ ਸਹਿਣ ਬਦਲਾ ਗਿਆ, ਮਸ਼ੀਨ ਨਾਲ ਸਭ ਕੁਝ ਬਣ ਕੇ ਰਹਿ ਗਈ। ਜਿਸ ਵੇਲੇ ਵੇਖਿਆ ਹੈ ਇਹ ਤੇ ਅਪਾਰ ਕਿਸਮ ਦੀ ਦੌਲਤ ਉਪਜਾ ਸਕਦੀ ਹੈ, ਜੋ ਚੀਜ਼ਾਂ ਲੋੜ ਦੀਆਂ ਪੈਦਾ ਕਰਦੀ ਹੈ ਦਵਾ ਦਬ ਕਰੀ ਜਾਂਦੀ ਹੈ, ਆਪ ਵੀ ਵਰਤੋ, ਲੋਕਾਂ ਨੂੰ ਵੀ ਵੰਡੀ ਜਾਓ, ਬੇਸ਼ੱਕ ਵਪਾਰ ਕਰੋ ਇਹਦੇ ਨਾਲ ਜਿੰਨਾ ਮਰਜ਼ੀ ਹੈ।
ਤੋ ਇਹਨਾਂ ਦੇ ਬਦਲਦੇ ਗਏ, ਬਹੁਤਾ ਰੱਬ ਵੱਲ ਧਿਆਨ ਹਟ ਗਿਆ ਇਹਨਾਂ ਦਾ। ਅਸੀਂ ਵਿਸ਼ਵਾਸ ਵਿੱਚ ਜੀਵੇ ਹਾਂ। ਸਾਡੇ ਵਿਸ਼ਵਾਸ ਕੀ ਹੈ ਵੀ ਇਹ ਜਿਹੜਾ ਸੰਸਾਰ ਹੈ ਨਾ, ਇਹ ਨਾਸ਼ਮਾਨ ਹੈ। ਬੜਾ ਵੱਡਾ ਲਫ਼ਜ਼ ਕਰਕੇ ਵੀ ਇਹ ਨਾਸ਼ਮਾਨ ਹੈ। ਹੁਣ ਮੈਂ ਕਈ ਵਾਰ ਸੋਚਦਾ, ਤੁਸੀਂ ਵੀ ਸੋਚੋ ਬੇਸ਼ੱਕ ਜੀ, ਸੋਚਣ ਨੂੰ ਤਾਂ ਕੋਈ ਹਰਜ ਨਹੀਂ ਨਾ, ਇਹ ਦਿਮਾਗ ਤੇ ਸੋਚਣ ਲਈ ਦਿੱਤਾ, ਇਹ ਇਵੋਲੂਸ਼ਨ ਚ ਦਿਮਾਗ ਪੈਦਾ ਹੋਇਆ ਜਾਂ ਰੱਬ ਨੇ ਦਿੱਤਾ, ਸੋਚੋ ਜੋ ਮਰਜ਼ੀ ਮੰਨ ਲਓ, ਸੋਚਣ ਨੂੰ ਦਿੱਤਾ। ਸੋਚਣ ਦਾ ਮਿਹਣਾ ਨਹੀਂ, ਲੱਤਾਂ ਤੁਰਦੀਆਂ ਨੇ, ਤੁਰਨ ਦਾ ਮਿਹਣਾ ਨਹੀਂ, ਕਿਉਂਕਿ ਤੁਰਨ ਲਈ ਬਣੀ। ਦਿਮਾਗ ਨੂੰ ਤਾਂ ਸੌਰੀ ਮੈਂ ਗੱਲ, ਦਿਮਾਗ ਨੂੰ ਤਾਂ ਜਿਹੜੇ ਹੁਣ ਦੇ ਅੱਜ ਦੇ ਜਿਹੜੇ ਡਾਕਟਰਸ ਨੇ ਜਾਂ ਜਿਹੜੇ ਇਸ ਪਾਸੇ ਦੀ ਸਾਇੰਸ ਦੀ ਗੱਲ ਕਰਦੇ ਆ, ਉਹ ਕਹਿੰਦੇ ਦਿਮਾਗ 10% ਵੀ ਨਹੀਂ ਵਰਤਿਆ ਨਹੀਂ ਜਾ ਰਿਹਾ, ਤੇ ਬਾਕੀ ਤਾਂ ਖਾਲੀ ਹੈ ਵੀ ਸੋਚੀ ਜਾਓ ਫਿਰ। ਆਹੋ ਮੈਨੂੰ ਵਰਤੋ। ਅੱਛਾ, ਤੇ ਦੇਖੋ ਸੋਚਣ ਨੂੰ ਬਣਿਆ ਹੈ, ਤੇ ਸੋਚੀਏ ਭਈ ਨਾਸ਼ਮਾਨ ਹੈ ਸੰਸਾਰ। ਜਦੋਂ ਮੈਂ ਪੈਦਾ ਹੋਇਆ ਸੀ ਉਸ ਤੋਂ ਪਹਿਲਾਂ ਸੰਸਾਰ ਹੈਗਾ ਸੀ। ਮੈਂ ਆਪਣੇ ਇੱਕ ਬੰਦੇ ਵਾਸਤੇ ਲੈ ਲਓ, ਆਪੋ ਆਪਣਾ ਹਰ ਕੋਈ ਸੋਚੇ। ਅੱਛਾ, ਤੇ ਜਦੋਂ ਮੈਂ ਮਰ ਜਾਣਾ, ਪਤਾ ਨਹੀਂ ਕਦੋਂ, 12-13 ਸਾਲ ਰਹਿ ਗਏ ਨੇ, ਤੇ ਮੁੰਡੇ ਕਹਿੰਦੇ ਨੇ ਪਾਪਾ ਤੇਰੇ ਕੋਲ ਸੈਂਚੁਰੀ ਜ਼ਰੂਰ ਹੋਣੀ। ਇਹ ਸਮੇਂ ਦਾ ਕਿਸੇ ਨੂੰ ਨਹੀਂ ਪਤਾ। ਤੇ ਮੇਰਾ ਇੱਕ ਪਾਠਕ ਹੈ ਸੁਖਦੇਵ ਰਾਜ, ਕਰਨਲ ਸੁਖਦੇਵ ਰਾਜ, ਹੁਣ ਉਹ ਚੀਫ ਪੋਸਟ ਮਾਸਟਰ ਜਨਰਲ ਬਣ ਗਿਆ। ਉਹ ਕਹਿੰਦਾ ਮੈਨੂੰ, ਸਰ ਤੁਹਾਨੂੰ 135 ਸਾਲ ਜੀਣਾ ਪੈਣਾ ਅਜੇ, ਕਿਉਂਕਿ ਇਸ ਜਨਰੇਸ਼ਨ ਨੇ ਤੁਹਾਡੀ ਗੱਲ ਨਹੀਂ ਸਮਝੀ। ਯੂ ਆਰ ਅਹੈਡ ਆਫ ਯੂਰ ਟਾਈਮ। ਅੱਛਾ, ਹੁਣ ਚਲੋ ਉਹਨਾਂ ਦੀਆਂ ਗੱਲਾਂ ਮੇਰੇ ਕੋਲ ਮੰਨੀਆਂ ਨਹੀਂ ਜਾਣੀਆਂ, ਆਪਣੇ ਬੱਚਿਆਂ ਦੀ ਵੀ ਸ਼ਾਇਦ ਮੰਨ ਜਾਵਾਂ, ਕੋਈ ਗੱਲ ਨਹੀਂ, ਕੁਈਨ ਦੀ ਕਾਰ ਸ਼ਾਇਦ ਆ ਹੀ ਜਾਏ। ਖੈਰ ਉਹ ਜਦੋਂ ਸਮਾਂ ਆਏਗਾ ਉਹ ਤੇ ਦੇਖਾ ਜਾਏਗਾ। ਮਗਰ ਇਹ ਦੇਖੋ ਵੀ ਅਸੀਂ ਨਾਸ਼ਮਾਨ ਸਮਝਦੇ, ਨਾਸ਼ਮਾਨ ਸਮਝਦੇ ਜਦੋਂ ਮੈਂ 100 ਸਾਲ ਦਾ ਹੋ ਕੇ ਜਾਂ 102 ਸਾਲ ਦਾ, 105 ਸਾਲ ਦਾ, 85 87 ਦੇ ਹੋ ਹੀ ਗਿਆ, 88-89 ਸਾਲ ਦਾ ਹੋ ਕੇ ਜੇ ਕਿਤੇ ਮੈਂ ਮਰ ਵੀ ਗਿਆ, ਤੇ ਕੀ ਸੰਸਾਰ ਮਰ ਜਾਣਾ, ਫਿਰ ਜਿਉਂਦੇ ਰਹਿਣਾ ਇਹਨੇ? ਇਹ ਨਾਸ਼ਮਾਨ ਕਿੱਦਾਂ ਹੋ ਗਿਆ? ਮੇਰੇ ਲਈ ਨਾਸ਼ਮਾਨ ਨਹੀਂ। ਹਾਊ ਕੈਨ ਆਈ ਬਿਲੀਵ, ਜਿਹੜਾ ਕਿ ਮੇਰੇ ਐਕਸਪੀਰੀਅੰਸ ਕਦੀ ਆਈ ਨਹੀਂ ਗੱਲ। ਮੇਰੇ ਐਕਸਪੀਰੀਅੰਸ ਆਇਆ ਜਦੋਂ ਮੈਂ ਅੱਖਾਂ ਖੋਲੀਆਂ, ਸੰਸਾਰ ਆਇਆ ਸੀ। ਜਦੋਂ ਮੈਂ ਅੱਖਾਂ ਮੀਟ ਜਾਣੀਆਂ, ਇਹ ਮੈਨੂੰ ਪਤਾ ਹੈ ਕਿ ਕਈ ਬੰਦੇ ਅੱਖਾਂ ਮੀਟ ਗਏ ਨੇ, ਉਹਨਾਂ ਦੇ ਮਗਰੋਂ ਵੀ ਸੰਸਾਰ ਹੈ। ਮੇਰੀਆਂ ਅੱਖਾਂ ਮਿਟ ਗਈਆਂ, ਸੰਸਾਰ ਫੇਰ ਵੀ ਰਹਿਣਾ। ਨਾਸ਼ਮਾਨ ਕਿੱਦਾਂ? ਇੱਕ ਫੁਲਿਸ਼ ਜਿਹੀ ਗੱਲ ਨੂੰ ਮੈਂ ਕਿੱਦਾਂ ਮੰਨ ਲਵਾਂ? ਜਿਹਦਾ ਮੈਨੂੰ ਆਪਣਾ ਤਜਰਬਾ ਹੀ ਕੋਈ ਨਹੀਂ, ਮਾਨ ਕਿੱਦਾਂ ਲਵਾਂ ਮੈਂ? ਮੈਂ ਇਹਨੂੰ ਪ੍ਰੂਵ ਨਹੀਂ ਕਰ ਸਕਦਾ ਕਿ ਇਹ ਨਾਸ਼ਮਾਨ ਹੈ। ਮੈਂ ਪਹਿਲੀ ਗੱਲ ਤੇ ਵਿਸ਼ਵਾਸ ਚਾਹੁੰਦਾ ਕਿ ਲੋਕਾਂ ਦੇ ਦਿਲ ਦਿਮਾਗ ਚੋਂ ਨਿਕਲ ਜਾਏ ਕਿ ਇਹ ਨਾਸ਼ਮਾਨ ਸੰਸਾਰ ਹੈ, ਕਿ ਅਸੀਂ ਇਹ 'ਚ। ਦੂਜੀ ਗੱਲ, ਸਾਡੇ ਆਮ ਤੌਰ 'ਤੇ ਸਾਨੂੰ ਸਿਖਾਇਆ ਗਿਆ ਕਿ ਤੁਹਾਡਾ ਕੋਈ ਨਹੀਂ, ਦੇਖੋ ਰਿਸ਼ਤੇ ਨਾਤੇ ਸਾਰੇ ਝੂਠੇ ਹੀ ਆ, ਕੌਣ ਨਿਭਦਾ ਕਿਸੇ ਦੇ ਨਾਲ, ਕਿਸੇ ਦੇ ਕੰਮ ਕੋਈ ਨਹੀਂ ਆਉਂਦਾ, ਇਹਦੇ ਸੁੱਖਾਂ ਦੇ ਵਾਸਤੇ ਆਪੋ ਆਪਣੇ ਮਤਲਬ ਵੀ ਤੁਹਾਡੇ ਨਾਲ ਰਲੇ ਹੋਏ ਆ, ਅਤੇ ਕੱਲ੍ਹ ਨੂੰ ਇਹਨੇ ਸਾਥ ਛੱਡ ਜਾਣਾ। ਲੋ ਮੇਰੀ ਸਾਰੀ ਜ਼ਿੰਦਗੀ ਦਾ ਅਨੁਭਵ ਇਹ ਹੈ ਕਿ ਦੋਸਤ ਮਿੱਤਰ ਜਿੰਨੇ ਹਨ, ਸੁੱਖਾਂ ਲਈ ਨਹੀਂ ਦੁੱਖਾਂ ਵਿੱਚ ਸਾਡਾ ਸਾਥ ਦਿੰਦੇ ਨੇ। ਆ ਨਾਗਰਿਆ ਤੁਸੀਂ ਜ਼ਿਕਰ ਕੀਤਾ ਨਾ ਕਿ ਹੁਣੇ ਉਹ ਰਣਜੀਤ ਸਿੰਘ ਉਹਨਾਂ ਵੱਲੋਂ ਹਾਰ ਕੇ, ਹਾਂਜੀ ਉਹ ਨਾਗਰਾ ਹੁਣ ਮੇਰਾ ਦੋਸਤ, ਹੋਰ ਵੀ ਬਹੁਤ ਸਾਰੇ ਮੇਰੇ ਇਹੋ ਜਿਹੇ ਦੋਸਤ ਨੇ। ਇਹੋ ਜਿਹਾ ਤੂੰ ਅਲੱਗ ਕਿਸਮ ਦਾ ਬੰਦਾ ਮੈਨੂੰ ਦੋਸਤ ਹੀ ਨਹੀਂ ਬਣਾਇਆ ਕਰੇ। ਅਤੇ ਉਹ ਨਾਗਰ, ਮੈਂ ਇਹ ਸਮਝਦਾ ਵੀ ਜੇ ਮੈਨੂੰ ਫਰਜ਼ ਕਰ ਲਓ ਅੱਜ ਕਿਤੇ ਐਸੇ ਤਰੀਕੇ 'ਤੇ ਕਿਸੇ ਵਿਆਹ ਸ਼ਾਦੀ ਦੇ ਮੌਕੇ 'ਤੇ 500-700 ਦੀ 1000-2000 ਰੁਪਏ ਦੀ ਲੋੜ ਪੈਸੇ ਪਾਉਣ ਦੀ, ਮੈਂ ਆਖਾਂ ਨਾਗਰਾ ਸਾਹਿਬ ਪਰ ਮੈਨੂੰ ਆਹ ਕੰਮ ਜੇ ਉਹ ਕਹਿ ਲਓ, ਕਿਉਂਕਿ ਇੱਦਾਂ ਕਹਿੰਦਾ ਆਇਆ ਮੈਨੂੰ ਸਾਰੀ ਜ਼ਿੰਦਗੀ ਉਹ। ਅਤੇ ਜੇ ਮੈਂ ਉਹਨੂੰ ਇਹ ਗੱਲ ਆਖਾਂ ਵੀ ਨਾਗਰਾ ਸਾਹਿਬ ਮੈਂ ਤਾਂ ਨਾ ਹੁਣ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਆ ਅਤੇ ਮੈਨੂੰ ਰਾਇਲ ਸਲੂਟ ਚੰਗੀ ਲੱਗਦੀ ਆ, ਉਹ ਕਹੇਗਾ ਦਫਾ ਜਾ। ਜੇ ਤੇ ਸੁੱਖ ਦਾ ਸਾਥੀ ਹੋਏ ਤਾਂ ਇਹਨੂੰ ਕਹੇ ਵੀ ਇਹਨੂੰ ਪੈਸੇ ਦਿਆਂ ਅਤੇ ਰਾਇਲ ਸਲੂਟ ਲਿਆਵੇ ਅਤੇ ਅਸੀਂ ਦੋ ਜਣੇ ਪਈਆਂਗੇ ਨਾ, ਬਿਲਕੁਲ ਨਹੀਂ। ਸਾਥੀ ਦੁੱਖ ਦੇ ਨਹੀਂ ਹੁੰਦੇ, ਸੁੱਖ ਦੇ ਨਹੀਂ ਹੁੰਦੇ, ਸਾਥੀ ਸਾਥੀ ਹੁੰਦੇ ਹਨ। ਉਹ ਤੁਹਾਡੇ ਦੁੱਖ 'ਚ ਦੁਖੀ ਹੁੰਦੇ ਹਨ, ਸੁੱਖ ਸੁਖੀ ਹੁੰਦੇ ਹਨ। ਮੈਨੂੰ ਇਹ ਉਪਦੇਸ਼ ਵੀ ਚੰਗਾ ਨਹੀਂ ਲੱਗਦਾ ਕਿ ਜੀ ਸਭ ਕੋਈ ਤੁਹਾਡੇ ਸੁੱਖਾਂ ਨਾਲ ਹੀ ਤੁਹਾਡਾ ਸਾਥੀ ਹੈ, ਛੱਡ ਜਾਣੇ ਆ। ਨਹੀਂ, ਛੱਡ ਜਾਣੇ ਤੇ ਕੀ ਗੱਲ। ਮੇਰੇ ਭਰਾ ਜਦੋਂ ਮੈਂ ਮਰਾਂ ਉਦੋਂ ਨਾਲ ਹੀ ਮਰ ਜਾ ਕਰਨ। ਉੱਥੋਂ ਤੱਕ ਭਰਾ ਜਾਂਦੇ ਆ, ਉੱਥੋਂ ਤੱਕ ਮਾਂ ਰੋਂਦੀ ਆ, ਉੱਥੋਂ ਤੱਕ ਘਰ ਵਾਲੀ ਜਾਂਦੀ ਆ, ਮਗਰੋਂ ਕੋਈ ਹੰਸ ਅਕੇਲਾ ਹੀ ਜਾਂਦਾ। ਮੈਂ ਇਹ ਕਿਤੇ ਵੀ ਲਿਖੇ ਹੁਣ ਮੈਂ ਵਿਸ਼ਵਾਸ ਮੰਨਣ ਨੂੰ ਤਿਆਰ ਨਹੀਂ ਕਿ ਹੰਸ ਅਕੇਲਾ ਨਾ ਜਾ, ਉਹਦੇ ਨਾਲ ਸਾਰਾ ਪਰਿਵਾਰ ਹੀ ਮਾਰ ਕੇ ਤੋਰ ਦਿਓ, ਮੈਨੂੰ ਚੰਗੀ ਨਹੀਂ ਲੱਗਦੀ। ਉਹ ਤਾਂ ਸਤੀਆਂ ਵਾਲੀ ਗੱਲ ਹੋ ਗਈ, ਉਹ ਤਾਂ ਨਹੀਂ ਗੱਲ ਬਣਨੀ ਕਿਸੇ ਪਾਸੇ ਵੀ ਨਹੀਂ ਚਾਹੁੰਦਾ। ਸੋ ਨਹੀਂ, ਇਹ ਵਿਸ਼ਵਾਸ ਕੱਢਣਾ ਸੀ। ਫਿਰ ਦੂਸਰਾ ਹੈ ਨਰਕ ਦਾ।
ਨਰਕ ਤੇ ਬਣਿਆ ਹੋਇਆ, ਉੱਥੇ ਜਾ ਕੇ ਤੁਹਾਨੂੰ ਸਜ਼ਾ ਦਿੱਤੀਆਂ ਜਾਣੀਆਂ। ਉਹ ਪਿਛਲੇ ਜ਼ਮਾਨੇ 'ਚ ਅੱਜ ਮੇਰੇ ਜੋ ਮੈਂ ਬਚਪਨ ਹੁੰਦਾ ਉਹ ਨਹੀਂ ਇਹ ਹੋਈਆਂ। ਲੋਕਾਂ ਦੇ ਬੁੱਢੇ ਬੁੱਢਿਆਂ ਦੇ ਬੈਠਕਾਂ 'ਚ ਰੱਖੀਆਂ ਹੋਣੀਆਂ, ਉਹ 'ਤੇ ਕੈਲੰਡਰਾਂ ਉੱਤੇ ਤਸਵੀਰਾਂ ਜਿਹੀਆਂ ਬਣੀਆਂ ਹੋਣੀਆਂ, ਤੇ ਉੱਥੇ ਕੋਈ ਕਿੱਲੇ ਠੋਕ ਰਹੇ ਨੇ ਆਦਮੀਆਂ ਦੇ ਕੰਨਾਂ ਵਿੱਚ ਨਰਕਾਂ ਦੀ ਤਸਵੀਰਾਂ, ਕੋਈ ਉਹਨੂੰ ਅੱਗ 'ਚ ਸਾੜ ਰਿਹਾ, ਕੋਈ ਉਹਨੂੰ ਚੀਰ ਰਿਹਾ, ਕੋਈ ਓ ਮਾਈ ਗੁੱਡਨੈਸ। ਜੇ ਸਾਡੇ ਸਾਹਮਣੇ ਸਾਡਾ ਭਵਿੱਖ ਇਹੋ ਜਿਹਾ ਉਲੀਕਿਆ ਗਿਆ ਔਰ ਉਹ ਭਵਿੱਖ ਵਿੱਚ ਅਸਾਂ ਜਾਣਾ ਹੀ ਜ਼ਰੂਰ ਆ ਕਿਉਂਕਿ ਅਸੀਂ ਇੰਨੇ ਚੰਗੇ ਬੰਦੇ ਨਹੀਂ, ਹੋ ਫਿਰ ਤੇ ਬਹੁਤ ਮਾੜੀ ਗੱਲ ਹੋਈ। ਅਸੀਂ ਕਿੱਦਾਂ ਆਪਣਾ ਬੁਢਾਪਾ ਸੁਖੀ ਗੁਜ਼ਾਰ। ਜਦੋਂ ਦਾ ਮੈਂ ਇਹਨਾਂ ਵਿਸ਼ਵਾਸਾਂ ਨੂੰ ਛੱਡਿਆ ਵੀ ਉਹਨੂੰ ਮੈਨੂੰ ਪਾ ਕੇ ਜਿੱਦਾਂ ਦਹੀਂ ਰਿੜਕਦੀ ਆ, ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ, ਜਦੋਂ ਦਾ ਮੈਂ ਇਸ ਵਿਸ਼ਵਾਸ 'ਚੋਂ ਪਾਰ ਹੋਇਆ ਮੈਨੂੰ ਬਿਲਕੁਲ ਡਰ ਨਹੀਂ ਵੀ ਮੈਂ ਕਿਹਾ ਜਿਹੜਾ ਮਰ ਜਾਣਾ ਤੇ ਮਰ ਜਾਣਾ, ਮਿੱਟੀ 'ਚ ਰਲ ਜਾਣਾ, ਉੱਥੇ ਗੈਸ ਦੇ 2 ਸਿਲੰਡਰ ਆਉਣੇ, ਸਵਾਰ ਕਰ ਦੇਣਾ, ਮੁੱਕੀ ਕੁਝ ਨਹੀਂ ਲੱਭਣਾ, ਕੁਝ ਨਹੀਂ ਲੱਭਣਾ। ਹਾਂਜੀ। ਪਰ ਇਹ ਜਿਹੜੀਆਂ ਡਰ ਦੀਆਂ ਚੀਜ਼ਾਂ ਹੈਗੀਆਂ, ਇਹ ਇੱਕ ਹੋਰ ਸਬਜੈਕਟ ਹੈਗਾ ਜਿਹਦੇ ਵਿੱਚ ਤੁਸੀਂ ਇੱਕ ਹੋਰ ਜੋ ਲੇਖ ਲਿਖਿਆ ਉਹਦੀ ਵਿਚਾਰ ਫਿਰ ਕਰਾਂਗੇ। ਜਿਹੜੀ ਮੈਂ ਮੁੜ ਕੇ ਫਿਰ ਚਿੰਤਾ ਦੀ ਗੱਲ ਕਰਦਾ ਵੀ ਜਿਹੜੀ ਸਾਡੀ ਇਹ ਦੁਨਿਆਵੀ ਚਿੰਤਾ ਨੇ, ਜਿਹੜੀ ਸਾਡੀ ਦੁਨਿਆਵੀ ਚਿੰਤਾ ਨੇ ਜਾਂ ਸਾਡੀ ਦੁਨਿਆਵੀ ਉਦਾਸੀਆਂ ਨੇ। ਹੁਣ ਕਈ ਮੈਂ ਲੋਕ ਦੇਖਦਾ ਉਹ ਇੱਦਾਂ ਹੈਗੇ ਵੀ ਉਹਨਾਂ ਦੇ ਜੇ ਹੈ ਨਾ, ਮੈਂ ਕਿ ਜੇ ਮੈਂ ਇਸ ਗੱਲ ਨੂੰ ਅਤਕਥਨੀ ਕੋਈ ਗਲਤ ਨਹੀਂ ਵੀ ਸਮਝਣ ਲੋਕ, ਜੇ ਕਿਤੇ ਉਹ ਨਾ ਹੱਸ ਪੈਣ, ਮੈਨੂੰ ਇਹ ਲੱਗਦਾ ਹੁੰਦਾ ਵੀ ਸਾਰਾ ਉਹਨਾਂ ਦੇ ਖਰੇ ਆਹ ਨਾ ਕਰੈਕ ਜਿਹੇ ਹੋ ਜਾਣੇ ਨੇ ਫੇਸ, ਹਾਂਜੀ ਕਰੈਕ ਹੋ ਜਾਣੇ, ਕਿਉਂਕਿ ਮੈਂ ਜ਼ਿੰਦਗੀ 'ਚ ਕਦੀ ਉਹਨਾਂ ਨੂੰ ਸਮਾਈਲ ਵੀ ਕਰਦਿਆਂ ਨਹੀਂ ਦੇਖਿਆ। ਹਾਂਜੀ, ਕਈਆਂ ਦੇ ਕੋਲ ਇਤਨੇ ਪੈਸੇ ਵੀ ਨੇ, ਪੈਸੇ ਜਿੰਨੇ ਵੀ ਪਤਾ ਹੀ ਨਹੀਂ ਕਿੰਨੇ ਹੋਣਗੇ, ਪਰ ਕਦੀ ਸਮਾਈਲ ਨਹੀਂ ਕਰਦੇ ਦੇਖਿਆ, ਕਦੀ ਹੱਸਦਿਆਂ ਨਹੀਂ। ਤੇ ਜਿਹਦੇ ਵਿੱਚ ਮੇਰੇ ਤੁਹਾਡੇ ਵਰਗੇ ਜਾਂ ਹੋਰ ਦੋਸਤ ਮਿੱਤਰ ਹੈਗੇ ਆ, ਹਾਂਜੀ ਵੀ ਚਲੋ ਇਹ ਆਇਆ ਵਾ ਠੀਕ ਹੈ ਚੱਲ ਸੋ ਚੱਲ। ਹਾਂਜੀ, ਮੈਂ ਉਸ ਗੱਲ ਤੇ ਤੁਹਾਡੇ ਕੋਲ ਆਉਣਾ ਵੀ ਜਿਹੜੀ ਦੁਨਿਆਵੀ ਚਿੰਤਾ ਇਹੋ ਜਿਹੀਆਂ, ਜੇ ਇਤਨਾ ਪੈਸਾ ਹੁੰਦਿਆਂ ਹੋਇਆਂ ਵੀ ਅੰਦਰ ਇੰਨੀ ਚਿੰਤਾ ਹੈ, ਇੰਨੀ ਉਦਾਸੀ ਹੈ, ਤੇ ਫਿਰ ਉਸ ਪੈਸੇ ਦੀ ਉਸ ਪਰਿਵਾਰ ਵੱਲੋਂ ਵੀ ਖੁਸ਼ੀ ਨਹੀਂ, ਪਰਿਵਾਰ ਵੱਲੋਂ ਵੀ ਖੁਸ਼ੀ ਨਹੀਂ। ਪਰ ਇਹੋ ਜਿਹੀਆਂ ਚੀਜ਼ਾਂ ਉਹ ਜੇ ਸੁੱਖ ਲੱਭਦਿਆਂ ਉਹਨਾਂ ਨੇ ਆਪਣੇ ਉੱਪਰ ਇੰਨੀਆਂ ਸਹੇੜ ਲਈਆਂ, ਆਪਣੇ ਉੱਪਰ ਇੰਨਾ ਕੁਝ ਬੋਝ ਪਾਇਆ ਹੋਇਆ, ਤੇ ਫਿਰ ਇਹੋ ਜਿਹੀ ਜ਼ਿੰਦਗੀ ਕਿਹੋ ਜਿਹੀ ਜ਼ਿੰਦਗੀ ਹੋ ਸਕਦੀ ਹੈ? ਨਹੀਂ ਚੰਗੇ। ਦੇਖੋ ਇਹ ਅਸੀਂ ਜਦੋਂ ਕਹਿੰਦੇ ਵੀ ਉਦਾਸੀ ਹੁੰਦੀ ਹੈ, ਮੇਰਾ ਖਿਆਲ ਹੈ ਜਦੋਂ ਤਾਂ ਹੁਣੇ ਗੱਲ ਕੀਤੀ ਵੀ ਔਰਤ ਕਹਿੰਦੀ ਆ ਕਿ ਮੈਂ ਆਪਣੇ ਕੱਪੜੇ ਚੰਗੇ ਪਾ ਕੇ ਬਾਹਰ ਆਉਣਾ ਚਾਹੁੰਦੀ ਹਾਂ, ਕਿਉਂ ਮੈਂ ਜਾਵਾਂ, ਕਿਉਂ ਬਾਕੀ ਦੇ ਲੋਕ ਤੇ ਨਾ ਉਹਨਾਂ ਨੂੰ ਪਤਾ ਵੀ ਮੇਰਾ ਇਹਦਾ ਹਸਬੈਂਡ, ਤੇ ਉਹਨਾਂ ਵਾਸਤੇ ਮੈਂ ਉੱਦਾਂ ਦੀ ਕਿਉਂ ਨਾ ਦੱਸਾਂ। ਮੈਂ ਕਹਿੰਦਾ ਕਿ ਨਹੀਂ, ਇਹ ਉਹੀ ਗੱਲ ਹੈ, ਸਾਨੂੰ ਆਦਤ ਪਈ ਹੋਈ ਹੈ, ਸਾਡੇ ਵਿਸ਼ਵਾਸਾਂ ਨੇ ਸਾਨੂੰ ਖਰਾਬ ਕੀਤਾ ਹੈ। ਇਸ ਨਾ ਮੁਲਕਾਂ ਵਿੱਚ ਜਿਹੜੇ ਇੰਡਸਟਰੀਅਲ ਕੰਟਰੀਜ਼ ਨੇ, ਐਡਵਾਂਸ ਕੰਟਰੀਜ਼ ਨੇ, ਇਹਨਾਂ ਵਿੱਚ ਤੁਹਾਨੂੰ ਇਹ ਬਹੁਤ ਘੱਟ ਲੋਕ ਗਾਂ ਦੀ ਚਿੰਤਾ ਕਰਨ ਵਾਲੇ ਦੱਸਣਗੇ। ਅਸੀਂ ਜ਼ਿਆਦਾ ਹਾਂ, ਤੇ ਫਿਰ ਸਾਡੇ ਰਸਮ ਰਿਵਾਜ ਹੋਰ ਵੀ ਆ ਜਾਂਦੇ ਹਨ। ਇਹ ਤੇ ਵਿਸ਼ਵਾਸ ਹੋਏ ਨਾ, ਫਿਰ ਸਾਡੇ ਰਸਮ ਰਿਵਾਜ ਵੀ ਨੇ, ਉਹਨਾਂ ਨੇ ਵੀ ਸਾਨੂੰ ਬੜੀ ਚਿੰਤਾ ਪਾਈ ਹੋਈ ਹੈ। ਪਹਿਲੋਂ ਮੈਂ ਉਸ ਗੱਲ ਦੀ ਗੱਲ ਕਰਾਂ, ਵੇਖੋ ਰਾਜੇ ਮਹਾਰਾਜੇ ਬੜੇ ਸੁਖੀ ਦਿਸਦੇ ਹਨ, ਬੜੇ ਬੜੇ ਕੱਪੜੇ ਪਾ ਕੇ ਬਾਹਰ ਆਉਂਦੇ ਹੋਣਗੇ ਜਦੋਂ ਕਿਤੇ ਹੁੰਦੇ ਸੀ। ਹੁਣ ਤੇ ਕਦੇ ਰਾਜੇ ਮਹਾਰਾਜੇ ਵੇਖੇ ਨਹੀਂ, ਕੁਈਨ ਤੇ ਹੋ ਜੇ ਕੱਪੜੇ ਪਾਉਂਦੀ ਨਹੀਂ ਵਿਚਾਰੀ, ਤੇ ਉਹ ਬੜੇ ਰੋਬਾਂ ਸਾਹਮਣੇ ਦਿਸਦੇ ਹੁੰਦੇ ਆ ਬੱਲੇ। ਮਗਰ ਹੁੰਦਾ ਕੀ ਸੀ, ਉਹਨਾਂ ਕਿਲਿਆਂ 'ਚ ਰਹਿਣਾ। ਕਿਲਿਆਂ 'ਚ ਕਿਉਂ ਰਹਿੰਦੇ ਸੀ? ਡਰ, ਡਰ ਸਭ। ਮੈਨੂੰ ਵੱਡੀਆਂ ਵੱਡੀਆਂ ਦੀਵਾਰਾਂ ਬਣਾਉਣੀਆਂ ਚੌੜੀਆਂ 15-15 ਫੁੱਟ, ਵੀ ਇਹਨੂੰ ਤੋਪਾਂ ਵੱਜਣ ਤੇ ਡਿੱਗਣ, ਡਰ। ਇਹ ਡਰ ਜੇ ਫੌਜਾਂ ਰੱਖੀਆਂ ਜਿੱਤਣ ਵਾਸਤੇ ਵੀ, ਲੋਕਾਂ ਨੂੰ ਡਰ ਪਾਉਣ ਵਾਸਤੇ, ਜਾਂ ਆਪਣੇ ਫੇਰ ਡਰ ਤੋਂ ਬਚਾਉਣ ਲਈ ਕਿਸੇ ਤਰ੍ਹਾਂ, ਇਹ ਸਭ ਕੁਝ ਇਹੋ। ਉੱਥੇ ਉਹਨਾਂ ਨੂੰ ਡਰ ਹੈ, ਥੱਲੇ ਗਰੀਬਾਂ ਨੂੰ ਉਹਨਾਂ ਦਾ ਡਰ ਹੈ, ਕੰਮ ਕਰਨ ਵਾਲਿਆਂ ਨੂੰ। ਧਰਮਾਂ ਨੇ ਡਰ ਪਾਤੇ ਸਾਡੇ ਦਿਮਾਗਾਂ ਵਿੱਚ, ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਖੁਸ਼ ਰਹਿ ਹੀ ਨਹੀਂ ਸਕੇ, ਰਹਿ ਹੀ ਨਹੀਂ ਹੈ। ਫਿਰ ਸਾਨੂੰ ਹਰ ਵਕਤ ਆਪਣੇ ਆਉਣ ਵਾਲੇ ਕੱਲ੍ਹ ਦੀ ਚਿੰਤਾ, ਜਿਸ ਆਦਮੀ ਨੂੰ ਮਰਨ ਤੋਂ ਬਾਅਦ ਦੀ ਚਿੰਤਾ ਹੈ, ਉਹ ਆਉਣ ਵਾਲੇ ਕੱਲ੍ਹ ਦੀ ਚਿੰਤਾ ਵੀ ਰੱਖੇਗਾ, ਕਿਉਂਕਿ ਉਹਨੂੰ ਭਵਿੱਖ ਦੀ ਆਉਣ ਵਾਲਾ ਕੱਲ੍ਹ ਭਵਿੱਖ ਹੈ। ਅਸੀਂ ਇਹਨੂੰ ਜਨਰਲਾਈਜ਼ ਕਰਕੇ ਜਦੋਂ ਦੇਖਾਂਗੇ, ਇਹ ਚਿੰਤਾ ਸਾਡੀ ਮੌਤ ਦੀ ਚਿੰਤਾ ਤੋਂ ਬਦਲ ਕੇ ਭਵਿੱਖ ਦੀ ਚਿੰਤਾ ਬਣ ਜਾਂਦੀ ਹੈ। ਭਵਿੱਖ ਦੀ ਚਿੰਤਾ ਬਣ ਗਈ ਤੇ ਫਿਰ ਸਾਡੇ ਕੋਲ ਨਾ ਪੈਸਾ ਹੋਇਆ, ਇਹ ਕੀ ਪਤਾ ਕੀ ਹੋ ਜਾਏ, ਕੱਲ੍ਹ ਨੂੰ ਮੈਨੂੰ ਘਾਟਾ ਪੈ ਜਾਏ, ਫਿਰ ਮੈਂ ਕਰਾਂਗਾ। ਉਹ ਸਾਨੂੰ ਹਰ ਵੇਲੇ ਸਟਰੈਸ ਇਸ ਗੱਲ ਦੀ ਰਹੇਗੀ। ਮਗਰ ਜੇ ਸਾਨੂੰ ਇਹ ਪਤਾ ਹੋਏ ਵੀ ਇਹ ਲਾਜ਼ ਬਣੇ ਹੋਏ ਆ, ਇਕਨੋਮਿਕਸ ਦੇ ਲਾਜ਼ ਨੇ,
ਪੈਸਾ ਸਾਡਾ ਜੇ ਇਸ ਤਰ੍ਹਾਂ ਯੂਜ਼ ਹੁੰਦਾ ਤਾਂ ਇੱਦਾਂ ਰਹੇਗਾ, ਇੱਦਾਂ ਇੰਨੀ ਕੁ ਜਾਣਕਾਰੀ ਕੋਲ ਹੋਣਾ ਅਸੀਂ ਕਰਦੇ ਰਹਾਂਗੇ। ਜੇ ਗਲਤੀ ਖਾ ਜਾਵਾਂਗੇ ਤਾਂ ਉਹਦਾ ਸਜ਼ਾ ਭੁਗਤਣ ਨੂੰ ਤਿਆਰ ਹੋ ਜਾਣਾ, ਕੋਈ ਹਰਜ ਨਹੀਂ। ਅਸਾਂ ਆਪਣੇ ਵਿਸ਼ਵਾਸ ਆਪਣੇ ਸਮੇਂ ਦੇ ਮੁਤਾਬਕ ਬਣਾਉਣੇ ਹਨ। ਜਿਵੇਂ ਜਿਵੇਂ ਅਸੀਂ ਆਪਣੇ ਵਿਸ਼ਵਾਸ ਬਦਲਦੇ ਜਾਵਾਂਗੇ ਤਿਵੇਂ ਤਿਵੇਂ ਅਸੀਂ ਕਰਦੇ ਸੁੱਖ ਇਹਨਾਂ ਆਮ ਤੌਰ ਦੇ ਜਿਹੜੇ ਸਾਨੂੰ ਉਵੇਂ ਬਦੋ ਬਦੀ ਦੇ ਸਾਡੇ ਗਲ ਪਏ ਹੋਏ ਨੇ, ਜਿਹੜੇ ਰਾਹ ਤੁਰ ਜਾਂਦੇ ਅਸਾਂ ਚਿੰਤਾਵਾਂ ਗਲ 'ਚ ਪਾਈਆਂ ਹੋਈਆਂ ਨੇ, ਉਹ ਸਾਡੇ ਜੀਵਨ 'ਚੋਂ ਨਿਕਲ ਜਾਣਗੀਆਂ। ਅਸੀਂ ਆਪਣੇ ਵਿਸ਼ਵਾਸ ਬਦਲ ਲਈਏ, ਬਹੁਤ ਚੰਗਾ ਹੋਏਗਾ। ਮੈਨੂੰ ਇੱਕ ਵਾਰ ਮੇਰੇ ਇੱਕ ਪਾਠਕ ਉਹ ਹੀ ਕਰਨਲ ਸੁਖਦੇਵ ਰਾਜ ਨੇ ਪੁੱਛਿਆ ਸੀ ਵੀ ਤੁਸੀਂ ਯੋਗ ਦੇ ਇੰਨੇ ਖਿਲਾਫ ਕਿਉਂ ਹੋ। ਮੈਂ ਯੋਗ ਦੇ ਇੱਥੇ ਮੈਂ ਲਿਖਿਆ ਪ੍ਰਸੰਨਤਾ ਦੀ ਭਾਲ ਵਿੱਚ ਵੀ ਲਿਖਿਆ ਯੋਗ ਅਤੇ ਪ੍ਰਸੰਨਤਾ। ਮੈਂ ਕਹਿੰਦਾ ਯੋਗ 'ਚੋਂ ਪ੍ਰਸੰਨਤਾ ਨਹੀਂ ਮਿਲਣੀ, ਉਹ ਅਸਲ 'ਚ ਹੋਰ ਗੱਲ ਹੈ। ਉਹ ਮੈਂ ਇਸ ਕਰਕੇ ਉਹਦੇ ਖਿਲਾਫ ਕਿ ਤੁਸੀਂ ਇਮਾਨਦਾਰੀ ਅਗਰ ਪੈਦਾ ਕਰ ਲਓ ਆਪਣੇ ਹਿਰਦੇ ਵਿੱਚ ਕਿ ਮੈਂ ਜਿੰਨਾ ਕੰਮ ਕਰਨਾ, ਜਿੰਨੀ ਕਮਾਈ ਕਰਨੀ, ਜਿੰਨਾ ਵਰਤਣਾ ਲੋਕਾਂ ਨਾਲ, ਜੋ ਕੁਛ ਵੀ ਮੇਰਾ ਵਿਵਹਾਰ ਹੈ ਉਹ ਅੰਦਰੋਂ ਮਰੋ ਇੱਕੋ ਜਿਹਾ, ਮੈਂ ਇਮਾਨਦਾਰ ਹੋ ਕੇ ਜੀਵਾਂਗਾ, ਤੇ ਤੁਸੀਂ ਸਭ ਤੋਂ ਵੱਡਾ ਯੋਗ ਸਿੱਖ ਲਿਆ। ਜਿਹਨੇ ਇਹ ਸਿੱਖ ਲਿਆ ਉਹਨੂੰ ਕਿਸੇ ਵੇਲੇ ਵੀ ਲੰਮੇ ਲੰਮੇ ਸਾਹ ਲੈ ਕੇ ਆਪਣੇ ਅੰਦਰ ਆਕਸੀਜਨ ਜ਼ਿਆਦਾ ਲਿਜਾਣ ਦੀ ਲੋੜ ਨਹੀਂ ਪੈਗੀ। ਮੈਂ ਇਹ ਸਿੱਖ ਲਿਆ ਵੀ ਇਮਾਨਦਾਰ ਰਹਿਣਾ ਹਰ ਇੱਕ ਆਦਮੀ ਨਾਲ। ਮੈਂ ਇਹ ਜਾਣਨਾ ਵੀ ਸ਼ਾਇਦ ਉਹਦੇ ਬੰਦੇ ਦੇ ਕੋਲ 'ਚ ਉਹ ਮਸ਼ੀਨ ਪਈ ਹੋਈ ਹੈ ਜਿਹੜੀ ਉਹ ਸਾਡਾ ਹੈ ਨਾ ਉਹ ਸਟੀਵਨ ਹਾਕਿੰਸ, ਜਿਹੜਾ ਆਪ ਬੋਲ ਵੀ ਨਹੀਂ ਸਕਦਾ ਤੇ ਸਭ ਮਸ਼ੀਨ ਹੀ ਟ੍ਰਾਂਸਲੇਟ ਸਭ ਕੁਝ ਕਰਦੀ ਹੈ। ਇਹੋ ਜਿਹੀਆਂ ਨਿੱਕੀ ਨਿੱਕੀ ਮਸ਼ੀਨਾਂ ਬਣ ਕੇ ਲੋਕਾਂ ਦੀ ਜੇਬਾਂ 'ਚ ਪੈ ਗਈਆਂ ਨਾ, ਤੇ ਉਹ ਝੱਟ ਮੇਰਾ ਅੰਦਰਲਾ ਪਛਾਣ ਲਿਆ ਕਰਨਾ ਵੀ ਮੈਂ ਉਹ ਦੱਸ ਪਹਿਲਾਂ ਤਿਆਰ ਆ। ਪ੍ਰੋਫੈਸਰ ਸਾਹਿਬ ਜਿਹੜੀ ਅਸੀਂ ਗੱਲਾਂ ਕਰਦੇ ਹੈਗੇ ਆ ਚਿੰਤਾ ਪ੍ਰਸੰਨਤਾ, ਕਿਉਂਕਿ ਗੱਲ ਜਿਹੜੀ ਭਾਲ ਸਾਡੀ ਮੁੜ ਕੇ ਉਹੀ ਆ ਜਾਂਦੀ ਹੈ ਵੀ ਘਰ ਸੁੱਖ ਵਸਿਆ, ਸੁੱਖ ਦੀ ਗੱਲ ਹੈਗੀ ਹੈ। ਅਸੀਂ ਉਸ ਪਾਸੇ ਨੂੰ ਜੋ ਜਾ ਰਹੇ ਹਾਂ, ਜਿਹੜੀਆਂ ਉਹਨਾਂ 'ਤੇ ਵਿਚਾਰਾਂ ਹੋ ਰਹੀਆਂ ਹੈਗੀਆਂ, ਇਹ ਜਿਹੜੀ ਗੱਲ ਹੈਗੀ ਹੈ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸਮੇਂ ਨੇ ਆਪਣੀ ਰਫਤਾਰ ਦੇ ਨਾਲ ਤੁਰੇ ਜਾਣਾ, ਤੇ ਜਿਹੜੀਆਂ ਇਹ ਵਿਚਾਰਾਂ ਜੋ ਇਹ ਜਿਹੜੇ ਐਨਾਲਿਸਿਸ ਨੇ ਹਰ ਗੱਲ ਦੇ, ਇਹਨਾਂ ਦਾ ਕਿਤੇ ਵੀ ਜਾ ਕੇ ਹਲੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਕਿਤੇ ਪਹੁੰਚੇ ਹਾਂ, ਹਲੇ ਪਹੁੰਚੇ ਸ਼ੁਰੂ ਵੀ ਹੋਏ ਨਹੀਂ। ਹਾਂਜੀ, ਤੇ ਅਸੀਂ ਇਹ ਹੈਗਾ ਵੀ ਤੁਹਾਡੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਫਿਰ ਆਪਦੇ ਕੋਲ ਆ ਕੇ ਫਿਰ ਤੁਹਾਡੇ ਨਾਲ ਇਸ ਇਹੋ ਜਿਹੀਆਂ ਗੱਲਾਂ ਦੀ ਵਿਚਾਰ ਕਰਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ। ਤੁਹਾਡਾ ਧੰਨਵਾਦ ਕਰਾਂ, ਤੁਸੀਂ ਇੰਨੀ ਖੇਚਲ ਕਰਕੇ ਆਉਂਦੇ, ਮੈਂ ਘਰ ਬੈਠਾ ਨਹੀਂ, ਅਸੀਂ ਜੋ ਲਾਭ ਲੈਣਾ ਚਾਹੁੰਦੇ, ਜੋ ਕੁਝ ਤੁਸੀਂ ਲਿਖ ਰਹੇ ਹੋ, ਹਲੇ ਲਿਖੀ ਜਾ ਰਹੇ ਹੋ, ਸੋ ਮੈਂ ਤਾਂ ਇਹੀ ਉਮੀਦ ਕਰਾਂਗਾ ਤੁਸੀਂ ਇਸੇ ਤਰ੍ਹਾਂ ਲਿਖਦੇ ਜਾਓ ਤਾਂ ਕਿ ਜੋ ਸਾਡੀ ਜੀਵਨ ਦਾ ਕੋਈ ਨਾ ਕੋਈ ਕਿਸੇ ਇੱਕ ਪਾਸਿਓਂ ਹੈ ਉਹ ਅੰਦਰ ਰੂਨੀ ਚਾਨਣਾ ਜਿਹੜਾ ਹੈਗਾ ਸ਼ਾਇਦ ਕੋਈ ਲੋ ਜਗ ਹੀ ਸਕੇ। ਬਹੁਤ ਬਹੁਤ ਧੰਨਵਾਦ। ਸੋ ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਉਦਾਸੀ ਔਰ ਚਿੰਤਾ ਦੀ ਗੱਲ ਲਈ ਸ਼ੁਰੂ ਹੋਈ ਕਿਉਂਕਿ ਇਹ ਸਿਰਫ ਅੱਧੇ ਘੰਟੇ ਦਾ ਸਮਾਂ ਹੈ ਜਿਹਦੇ ਵਿੱਚ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਈ ਗੱਲਾਂ ਪ੍ਰੋਫੈਸਰ ਸਾਹਿਬ ਦੀਆਂ ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਨੂੰ ਉਹਦੇ ਵਿੱਚ ਇਹੋ ਜਿਹੀ ਗੱਲ ਹੋਵੇ ਵੀ ਹਾਂ ਜੀ ਇਹ ਗੱਲ ਇਹ ਕਿਉਂ ਕਹਿ ਗਏ ਹਨ, ਇਹ ਕਿੱਦਾਂ, ਜੋ ਇਹਨਾਂ ਦੇ ਐਨਾਲਿਸਿਸ ਹਨ, ਜੋ ਇਹਨਾਂ ਦੀ ਆਪਣੀ ਵਿਚਾਰ ਹੈਗੀ, ਉਹ ਇਹਨਾਂ ਦੀ ਆਪਣੀ ਵਿਚਾਰ ਹੈਗੀ ਹੈ, ਤੇ ਉਹਦੇ ਤੇ ਇਹ ਆਪਣੇ ਜਿਹੜੇ ਸਿਰਫ ਸਾਨੂੰ ਇਹ ਕਹਿ ਰਹੇ ਵੀ ਤੁਸੀਂ ਇਸ ਗੱਲ ਨੂੰ ਸੋਚੋ, ਇਹ ਸੋਚ ਕੇ ਦੇਖੋ ਵੀ ਕਿੱਧਰਲੇ ਪਾਸੇ ਨੂੰ ਜਾਣੀ ਚਾਹੀਦੀ ਹੈ। ਇਹ ਇੱਕ ਸੋਚ ਦੀ ਵਿਚਾਰ ਇਹਨਾਂ ਨੇ ਪੇਸ਼ ਕੀਤੀ ਹੈਗੀ ਹੈ। ਇਸ ਵਿਚਾਰ ਦੇ ਵਿੱਚ ਤੁਸੀਂ ਆਪਣਾ ਕੋਈ ਸਾਂਝ ਪਾਉਣਾ ਚਾਹੁੰਦੇ, ਤੁਸੀਂ ਇਹਦੀ ਆਲਟਰਨੇਟਿਵ ਦੱਸਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਦੱਸ ਸਕਦੇ ਹੋ। ਸੋ ਪ੍ਰੋਫੈਸਰ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਵਿਚਾਰ ਜਿਹੜੇ ਹੈਗੇ ਆ ਉਹ ਆਪੋ ਆਪਣੇ ਨਹੀਂ ਹੈ, ਵਿਚਾਰਾਂ ਦੀ ਇੱਕ ਸਾਂਝ, ਇੱਕ ਬਹੁਤ ਵੱਡਾ ਅਸੀਂ ਇੱਕ ਇਕੱਠ ਕਰਕੇ ਇਸ ਗੱਲ ਦੀ ਕਰ ਰਹੇ ਹੈਗੇ ਆ। ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਫਿਰ ਕੋਸ਼ਿਸ਼ ਕਰਾਂਗੇ ਪ੍ਰੋਫੈਸਰ ਸਾਹਿਬ ਉਹਨਾਂ ਦੇ ਕੋਲ ਆਉਣ ਦੀ, ਕਿਉਂਕਿ ਇਹ ਲੰਡਨ ਰਹਿੰਦੇ ਨੇ, ਅਸੀਂ ਬਰਮਿੰਘਮ ਤੋਂ ਆਉਂਦੇ ਹਾਂ, ਸੋ ਇਹਨਾਂ ਦੇ ਕੋਲੋਂ ਸਮਾਂ ਲੈ ਕੇ ਆਉਣ ਦੇ ਲਈ ਵੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੰਨਾ ਵੀ ਸਮਾਂ ਲੈ ਸਕੀਏ ਉਹਦੇ ਨਾਲ ਰਿਕਾਰਡਿੰਗ ਹੋ ਸਕੇ। ਸੋ ਅੱਜ ਦਾ ਸ਼ੋਅ ਇੱਥੇ ਹੀ ਸਮਾਪਤੀ ਹੈ। ਆਉਣ ਵਾਲੇ ਸ਼ੋਅ ਦੇ ਵਿੱਚ ਫਿਰ ਆਪਦੇ ਨਾਲ ਇਸੇ ਤਰ੍ਹਾਂ ਮੁਲਾਕਾਤ ਹੋਵੇਗੀ। ਤੁਸੀਂ ਸਿੱਖ ਚੈਨਲ ਦੇਖਦੇ ਰਹੋ, ਸਿੱਖ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਇਹ ਵਿਚਾਰਾਂ ਦੀ ਸਾਂਝ ਚੱਲਦੀ ਰਹੇਗੀ। ਇੱਥੇ ਹੀ ਸਮਾਪਤੀ ਹੈ। ਆਓ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ।